ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। MS ਐਕਸਲ ਬਾਰੇ ਆਪਾਂ ਪੜ੍ਹਨ ਜਾ ਰਹੇ ਹਾਂ ਜੀ। ਇਹਦਾ ਪਾਰਟ ਪਹਿਲਾ। ਇਸ ਤੋਂ ਪਹਿਲਾਂ ਆਪਾਂ ਕੰਪਿਊਟਰ ਦੇ ਲੈਕਚਰ ਹੋਰ ਵੀ ਪਾ ਚੁੱਕੇ ਹਾਂ, ਜੇਕਰ ਤੁਸੀਂ ਅਜੇ ਤੱਕ ਨਹੀਂ ਦੇਖੇ ਤਾਂ ਦੇਖ ਲਓ, ਠੀਕ ਹੈ। ਸੋ ਪਾਰਟ ਪਹਿਲਾ ਦਾ ਕਾਫੀ ਇੰਪੋਰਟੈਂਟ ਹੈ। ਸੋ ਇੱਥੋਂ ਕੁਐਸਚਨ ਪੁੱਛੇ ਜਾਂਦੇ ਆ। ਸੋ ਕਿਹੜੇ ਕਿਹੜੇ ਕੁਐਸਚਨ ਪੁੱਛੇ ਜਾਂਦੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਇਹ ਪਾਰਟ ਪਹਿਲਾ ਗਾ, ਪਾਰਟ 2 ਵੀ ਆਊਗਾ, ਪਾਰਟ ਤੀਸਰਾ ਵੀ ਆਊਗਾ, ਠੀਕ ਹੈ। ਕਾਫੀ ਵੱਡਾ ਚੈਪਟਰ ਹੈ। ਸੋ ਬਹੁਤ ਡਿਟੇਲ ਦੇ ਵਿੱਚ ਆਪਾਂ ਪੜਾਂਗੇ ਇਹਨੂੰ, ਜਿਵੇਂ ਕਿ ਆਪਾਂ ਹਰੇਕ ਵੀਡੀਓ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸੋ ਇਹ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਪੜਾਂਗੇ। ਪੰਜਾਬ PCS ਦਾ ਚੈਨਲ ਆ, ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ। ਉਹਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਉੱਥੇ ਸਿਵਲ ਸਰਵਿਸ ਦੀ ਤਿਆਰੀ ਹੁੰਦੀ ਹੈ, ਪੇਡ ਕੋਰਸ ਵਗੈਰਾ ਚੱਲ ਰਹੇ ਆਲਰੇਡੀ। ਸੋ ਕਾਫੀ ਅਪਕਮਿੰਗ ਵੀ ਹੈ, ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ, ਕਾਫੀ ਲਾਹਾ ਲੈ ਸਕਦੇ ਹੋ, ਰਾਈਟ। ਸੋ ਚਲੋ ਇਸ ਚੈਨਲ ਨੂੰ ਵੀ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ। ਟੈਲੀਗ੍ਰਾਮ ਗਰੁੱਪ ਵਗੈਰਾ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਇਹਦਾ ਆਬਜੈਕਟਿਵ ਪੜ੍ਹਦੇ ਹਾਂ ਇਸ ਲੈਸਨ ਦਾ, ਕਿ ਇਹਦੇ ਵਿੱਚ ਆਪਾਂ ਕੀ ਪੜ੍ਹਾਂਗੇ ਅੱਜ। ਸੋ ਫਾਰਮੈਟਿੰਗ ਸੈਲਜ਼ ਹੋ ਗਿਆ, ਇਹਦੇ ਬਾਰੇ ਆਪਾਂ ਪੜ੍ਹਾਂਗੇ ਕੀ ਹੁੰਦੇ ਆ ਫਾਰਮੈਟਿੰਗ ਸੈਲਜ਼, ਮਰਜ ਐਂਡ ਸੈਂਟਰ ਨਾਲ ਕੀ ਹੁੰਦਾ ਗਾ। ਨੰਬਰ ਗਰੁੱਪ ਹੋ ਗਿਆ, ਕੰਡੀਸ਼ਨਲ ਫਾਰਮੈਟਿੰਗ ਕੀ ਹੁੰਦੀ ਆ, ਫਾਰਮੈਟਿੰਗ ਐਜ਼ ਏ ਟੇਬਲ, ਆਪਾਂ ਟੇਬਲ ਕ੍ਰੀਏਟ ਕਰਾਂਗੇ। ਫਾਰਮੂਲਾਜ਼ ਐਂਡ ਫੰਕਸ਼ਨਸ, ਇਹਨਾਂ ਬਾਰੇ ਵੀ ਆਪਾਂ ਪੂਰਾ ਪੜਾਂਗੇ, ਕਾਫੀ ਡਿਟੇਲ ਦੇ ਵਿੱਚ ਪੜਾਂਗੇ। ਸੋ ਪ੍ਰੈਕਟੀਕਲ ਨੌਲੇਜ ਵੀ ਤੁਹਾਨੂੰ ਨਾਲ ਮਿਲੂਗੀ। ਜੇਕਰ ਤੁਹਾਡੇ ਕੋਲ ਲੈਪਟਾਪ ਵਗੈਰਾ ਪਿਆ ਤੁਸੀਂ ਪਰਫਾਰਮ ਵੀ ਕਰ ਸਕਦੇ ਹੋ ਲੈਪਟਾਪ ਤੇ, ਰਾਈਟ। ਸੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਹੈ ਕਿ ਆਪਣਾ ਜਿਹੜਾ ਐਕਸਲ ਆ ਉਹ 'ਤੇ ਆਪਾਂ ਕੰਮ ਕਰਦੇ ਕਿਉਂ ਆ। ਐਕਸਲ 'ਤੇ ਬੇਸਿਕਲੀ ਆਪਾਂ ਜਿਹੜਾ ਕੰਮ ਕਰਦੇ ਹਾਂ ਕੈਲਕੂਲੇਸ਼ਨ ਵਾਸਤੇ ਕਰਦੇ ਹਾਂ। ਇੱਕ ਵਰਕਸ਼ੀਟ ਹੁੰਦੀ ਆ, ਵਰਕਸ਼ੀਟ 'ਤੇ ਆਪਾਂ ਕੈਲਕੂਲੇਸ਼ਨ ਵਗੈਰਾ ਕਰਦੇ ਹਾਂ, ਚਾਹੇ ਉਹ ਸਾਇੰਟੀਫਿਕ ਆ, ਚਾਹੇ ਕਿਸੇ ਵੀ ਕਲਾਸ ਦੀ ਪਰਫਾਰਮਿੰਗ, ਤੁਸੀਂ ਉਹਨਾਂ ਦੇ ਸਟੂਡੈਂਟਸ ਦੇ ਮਾਰਕਸ ਵਗੈਰਾ ਅਪਲੋਡ ਕਰਨੇ, ਉਹਨਾਂ ਦੀ ਡਿਟੇਲ ਵਗੈਰਾ ਕਰਨੀ ਹੈ, ਜਾਂ ਉਹਨਾਂ ਦੀ ਟੋਟਲ ਵਗੈਰਾ ਕਰਨਾ ਗਾ, ਉਹਨਾਂ ਦੇ ਫਾਰਮੂਲੇ ਵਗੈਰਾ ਸਾਰੇ ਆਪਾਂ ਫੰਕਸ਼ਨਿੰਗ ਉਹਨਾਂ ਦੀ ਕਰ ਸਕਦੇ ਹਾਂ। ਸੋ ਬੇਸਿਕਲੀ ਕੈਲਕੂਲੇਸ਼ਨ ਵਾਸਤੇ ਕੰਮ ਆਉਂਦਾ ਗਾ, ਚਾਹੇ ਉਹ ਮੈਥਮੈਟੀਕਲੀ ਹੋਵੇ ਤੇ ਜਾਂ ਫਿਰ ਸਾਇੰਟੀਫਿਕਲੀ ਹੋਵੇ, ਰਾਈਟ। ਸੋ ਵੀ ਨੋ ਦੈਟ ਮਾਈਕਰੋਸਾਫਟ ਐਕਸਲ ਇਜ਼ ਯੂਜ਼ਡ ਟੂ ਕੈਲਕੂਲੇਟ ਮੈਥਮੈਟੀਕਲ ਐਂਡ ਸਾਇੰਟੀਫਿਕ ਕੈਲਕੂਲੇਸ਼ਨਸ। ਵਰਕਬੁੱਕ ਹੁੰਦੀ ਹੈ, ਵਰਕਬੁੱਕ ਨੂੰ ਆਪਾਂ ਪੂਰੀ ਨੂੰ ਕਹਿੰਦੇ ਹਾਂ, ਅਤੇ ਉਹਦੇ ਵਿੱਚ ਸ਼ੀਟਸ ਹੁੰਦੀਆਂ ਗੀਆਂ ਜਿਨ੍ਹਾਂ ਨੂੰ ਆਪਾਂ ਵਰਕਸ਼ੀਟਸ ਕਹਿੰਦੇ ਹਾਂ। ਜਿਵੇਂ ਕਿ ਤੁਹਾਨੂੰ ਦਿਖ ਰਹੀ ਹੈ, ਇਹਦੇ ਵਿੱਚ ਰੋਜ਼ ਐਂਡ ਕਾਲਮਸ ਹੁੰਦੀਆਂ। ਜਿੱਥੇ ਰੋ ਅਤੇ ਕਾਲਮ ਦੋਨੇ ਮਿਲਦੇ ਆ ਉਹਨੂੰ ਆਪਾਂ ਇੱਕ ਡੱਬੀ ਨੂੰ ਸੈੱਲ ਕਹਿੰਦੇ ਹਾਂ। ਜਿਵੇਂ ਕਿ ਤੁਹਾਨੂੰ ਇੱਥੇ ਡੱਬੀਆਂ ਦਿਖ ਰਹੀਆਂ, ਇਸ ਇੱਕ ਡੱਬੀ ਨੂੰ ਆਪਾਂ ਸੈੱਲ ਕਹਾਂਗੇ। ਜਿਸ ਵੀ ਡੱਬੀ 'ਤੇ ਤੁਸੀਂ ਹੋਵੋਗੇ, ਜਿਵੇਂ ਮੰਨ ਲਓ ਮੈਂ ਕਿਸੇ ਵੀ ਡੱਬੀ 'ਤੇ ਕਲਿੱਕ ਕਰਦਾ, ਉਹਨੂੰ ਆਪਾਂ ਐਕਟਿਵ ਸੈੱਲ ਕਹਿੰਦੇ ਹਾਂ, ਠੀਕ ਹੈ। ਸੋ ਇਹ ਕੁਐਸਚਨ ਪੁੱਛੇ ਜਾਂਦੇ ਹੁੰਦੇ, ਕਈ ਵਾਰੀ ਪੁੱਛ ਲਿਆ ਜਾਂਦਾ ਹੁੰਦਾ ਕਿ ਇੰਟਰਸੈਕਸ਼ਨ ਆਫ ਰੋ ਐਂਡ ਕਾਲਮ ਇਜ਼ ਨੋਨ ਐਜ਼, ਠੀਕ ਆ। ਸੋ ਸੈੱਲ, ਇਹ ਬਹੁਤ ਵਾਰੀ ਕੁਐਸਚਨ ਪੇਪਰਾਂ ਦੇ ਵਿੱਚ ਆਉਂਦਾ ਗਾ, ਜਿਵੇਂ ਕਿ ਲਾਸਟ ਲਾਈਨ ਲਿਖੀ ਹੋਈ ਆ। ਸੋ ਯਾਦ ਰੱਖਣਾ ਭਾਈ, ਠੀਕ ਹੈ। ਸੋ ਇਸ ਤੋਂ ਬਾਅਦ ਫਾਰਮੈਟਿੰਗ ਸੈਲਜ਼ ਆ ਗਿਆ। ਹੁਣ ਫਾਰਮੈਟਿੰਗ ਸੈਲਜ਼ ਬੇਸਿਕਲੀ ਹੁੰਦਾ ਕੀ ਹੈ ਫਾਰਮੈਟਿੰਗ ਸੈਲਜ਼। ਸੋ ਫਾਰਮੈਟਿੰਗ ਸੈਲਜ਼ ਦਾ ਮਤਲਬ ਕੀ ਹੈ। ਫਾਰਮੈਟਿੰਗ ਸੈਲਜ਼ ਨੂੰ ਜੇਕਰ ਆਪਾਂ ਪੰਜਾਬੀ 'ਚ ਸਮਝੀਏ, ਸਿੰਪਲ ਜੀ ਭਾਸ਼ਾ ਦੇ ਵਿੱਚ, ਸੈੱਲਾਂ ਨੂੰ ਫਾਰਮੈਟ ਕਰਨਾ, ਠੀਕ ਹੈ। ਫਾਰਮੈਟ ਦਾ ਮਤਲਬ ਆਪਾਂ ਉਹਨੂੰ ਇੱਕ ਪਰਟੀਕੂਲਰ ਫਾਰਮੈਟ ਦੇ ਵਿੱਚ ਲੈ ਕੇ ਆਉਣਾ। ਸੋ ਹਰੇਕ ਸੈੱਲ, ਈਚ ਸੈੱਲ ਇਨ ਅ ਵਰਕਸ਼ੀਟ ਕੈਨ ਬੀ ਫਾਰਮੈਟਡ ਵਿਦ ਮੈਨੀ ਪ੍ਰੋਪਰਟੀਜ਼, ਕਿਉਂਕਿ ਪ੍ਰੋਪਰਟੀਜ਼ ਹੋਣਗੀਆਂ, ਰਾਈਟ। ਸੋ ਚੇਂਜਿੰਗ ਦਾ ਫਾਰਮੈਟ ਆਫ ਸੈੱਲ, ਜੇਕਰ ਆਪਾਂ ਸੈੱਲ ਦੇ ਫਾਰਮੈਟ ਨੂੰ ਚੇਂਜ ਕਰਦੇ ਹਾਂ, ਇਹ ਸੈੱਲ ਦੀ ਵੈਲਿਊ 'ਤੇ ਕੋਈ ਇਫੈਕਟ ਨਹੀਂ ਪਾਉਂਦਾ। ਜਿਵੇਂ ਕਿ ਸਿੱਧੀ ਜੀ ਗੱਲ ਹੈ, ਜੇਕਰ ਮੈਂ 153 ਵੈਲਿਊ ਕਹਾਂ ਕਿਸੇ ਸੈੱਲ ਦੀ, ਮੈਂ 153 ਉਹਤੇ ਪੁੱਟ ਕੀਤਾਗਾ, ਜੇਕਰ ਉਹਨੂੰ ਡੈਸੀਮਲ ਦੀ ਫਾਰਮ ਵਿੱਚ ਲਿਖਿਆ ਹੋਣਾ ਤਾਂ ਉਹਦੇ ਵਿੱਚ ਡੈਸੀਮਲ ਲੱਗ ਜੂਗਾ, ਪਰਸੈਂਟੇਜ ਅਤੇ ਪਿੱਛੇ ਪਰਸੈਂਟੇਜ ਲੱਗ ਜੂਗਾ। ਬਟ ਜਿਹੜੀ 153 ਵੈਲਿਊ ਉਸ 'ਤੇ ਕੋਈ ਇਫੈਕਟ ਨਹੀਂ ਪੈਣਾ ਗਾ। ਬਾਕੀ ਆਪਾਂ ਪ੍ਰੈਕਟੀਕਲ ਸਮਝਾਂਗੇ, ਤੁਹਾਨੂੰ ਜੇ ਨਹੀਂ ਸਮਝ ਲੱਗਿਆ ਤਾਂ ਕੋਈ ਚੱਕਰ ਨਹੀਂ, ਹਜੇ ਆਪਾਂ ਪ੍ਰੈਕਟੀਕਲ 'ਤੇ ਆਵਾਂਗੇ, ਠੀਕ ਹੈ। ਸੋ ਬੇਸਿਕਲੀ ਇਹ ਜਿਹੜਾ ਐਕਸਲ ਆ, ਆਪਾਂ ਉਹਨੂੰ ਕੈਲਕੂਲੇਸ਼ਨ ਵਾਸਤੇ, ਉਹਦੀ ਪਰਫਾਰਮਿੰਗ ਵਾਸਤੇ ਉਹਨੂੰ ਯੂਜ਼ ਕਰਦੇ ਹਾਂ, ਠੀਕ ਹੈ। ਸੋ ਤੁਹਾਨੂੰ ਇੱਥੇ ਜਿਵੇਂ ਕਿ ਜਿਹੜਾ ਹੋਮ ਟੈਬ ਦੇ ਉੱਤੇ ਤੁਹਾਨੂੰ ਫਾਰਮੈਟ ਜਿਹੜਾ ਹੈਗਾ ਉਹ ਦਿਖ ਰਿਹਾ ਹੋਊਗਾ, ਠੀਕ ਹੈ ਨਾ। ਸੋ ਬਾਕੀ ਅਲਾਈਨਮੈਂਟ ਵਗੈਰਾ ਆ ਗਈ, ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਫੌਂਟ ਹੋ ਗਿਆ, ਕਲਿੱਪਬੋਰਡ ਹੋ ਗਿਆ, ਇਹਨਾਂ ਤੋਂ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਹੁੰਦੇ ਵੀ ਇਹ ਕਿਹੜੀ ਟੈਬ 'ਤੇ ਹੁੰਦੇ ਆ। ਇਹ ਸਾਰੇ ਹੋਮ ਟੈਬ 'ਤੇ ਹੁੰਦੇ। ਹੋਮ ਟੈਬ ਦਾ ਮਤਲਬ ਯਾਨੀ ਆਹ ਗਾ, ਠੀਕ ਹੈ। ਸਾਰੀ ਹੋਮ ਟੈਬ ਹੈ, ਇੱਥੋਂ ਗਾਹਾਂ ਵੀ ਜਿੰਨੀ ਹੋਊਗੀ ਸਾਰੀ ਉਹ ਹੋਮ ਟੈਬ ਹੈ। ਇਹ ਪੁੱਛ ਲਿਆ ਜਾਂਦਾ ਹੁੰਦਾ ਵੀ ਇਹ ਅਲਾਈਨਮੈਂਟ ਆ ਜਿਹੜੀ ਉਹ ਕਿਹੜੀ ਟੈਬ 'ਤੇ ਮਿਲਦੀ ਹੈ, ਹੋਮ ਟੈਬ 'ਤੇ ਮਿਲਦੀ ਹੈ, ਰਾਈਟ। ਸੋ ਇਸ ਤਰੀਕੇ ਨਾਲ ਕੁਐਸਚਨ ਪੁੱਛ ਲਏ ਜਾਂਦੇ ਹੈਗੇ। ਸੋ ਬੇਸਿਕਲੀ ਟੈਬਸ ਜਿਹੜੀਆਂ ਹੁੰਦੀਆਂ ਗੀਆਂ ਫਾਰਮੈਟ ਸੈਲਜ਼ ਦੀਆਂ, ਉਹ ਕਿੰਨੀਆਂ ਹੁੰਦੀਆਂ, 6 ਟੈਬਸ ਹੁੰਦੀਆਂ, ਠੀਕ ਹੈ। ਉਹ ਕਿਹੜੀਆਂ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ। ਸੋ ਦੇਅਰ ਆਰ 6 ਟੈਬਸ ਇਨ ਦਾ ਫਾਰਮੈਟ ਸੈਲਜ਼ ਵਿੰਡੋ ਐਂਡ ਆਲ ਫਾਰਮੈਟਿੰਗ ਆਪਸ਼ਨਸ ਮੇ ਬੀ ਫਾਊਂਡ ਔਨ ਵਨ ਆਫ these tabs. Multiple cells can be formatted in one step by selecting the cells and applying formatting as per choice. ਹੁਣ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਨਾ ਕੁਝ ਵੀ ਕਿ ਇੰਗਲਿਸ਼ ਚੱਲ ਰਿਹਾ ਹੈਗਾ। ਸੋ ਆਪਾਂ ਪ੍ਰੈਕਟੀਕਲ ਤੇ ਪਹੁੰਚਦੇ, ਫਿਰ ਆਪਾਂ ਇਸੇ ਤੇ ਫਿਰ ਆਵਾਂਗੇ ਸਲਾਈਡ ਤੇ, ਫਿਰ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿ ਕੀ ਇਹ ਲਿਖਿਆ ਹੋਇਆ। ਜਿਵੇਂ ਕਿ ਮੈਂ ਇੱਥੇ ਆਵਾਂ ਕਿ ਦੇਖੋ, ਤੁਹਾਨੂੰ ਮੈਂ ਕਿਹਾ ਕਿ 6 ਫਾਰਮੈਟ ਸੈਲਜ਼ ਦੀਆਂ ਜਿਹੜੀਆਂ ਯਾਨੀ ਕਿ ਫਾਰਮੈਟ ਸੈੱਲ ਹੁੰਦੇ ਹੈਗੇ, ਉਹਨਾਂ ਦੀਆਂ ਜਿਹੜੇ ਕੁੱਲ 6 ਕਿੰਨੇ ਹੁੰਦੇ, 6 ਟੈਬਸ ਹੁੰਦੇ ਆ, ਠੀਕ ਹੈ। ਇਹ ਪੁੱਛ ਲਿਆ ਜਾ ਸਕਦਾ ਵੀ ਫਾਰਮੈਟ ਸੈੱਲ ਦੇ ਕਿੰਨੇ ਟੈਬਸ ਹੁੰਦੇ ਆ। ਜਿਵੇਂ ਕਿ ਨੰਬਰ ਹੋ ਗਿਆ, ਠੀਕ ਹੈ, ਅਲਾਈਨਮੈਂਟ ਹੋ ਗਿਆ, ਫੌਂਟ ਹੋ ਗਿਆ, ਬਾਰਡਰ ਹੋ ਗਿਆ, ਫਿਲ, ਪ੍ਰੋਟੈਕਸ਼ਨ, ਤਾਂ ਕਿੰਨੀਆਂ ਇਹ ਟੈਬਸ ਹੈ, 6 ਹੋ ਗਈਆਂ, ਠੀਕ ਹੈ। ਸੋ ਇਹਨਾਂ ਤੋਂ ਤੁਸੀਂ ਅਲੱਗ-ਅਲੱਗ ਪਰਫਾਰਮ ਕਰ ਸਕਦੇ ਹੋ। ਜਿਵੇਂ ਫੌਂਟ ਹੈ, ਫੌਂਟ ਦੇ ਵਿੱਚ ਅਲੱਗ-ਅਲੱਗ ਆ ਜਾਂਦੇ ਕਿ ਕਿਹੜੇ ਫੌਂਟ ਤੁਸੀਂ ਯੂਜ਼ ਕਰ ਸਕਦੇ ਹੋ, ਠੀਕ ਹੈ ਨਾ। ਸੋ ਸਬਸਕ੍ਰਿਪਟ ਆ ਗਿਆ, ਸੁਪਰਸਕ੍ਰਿਪਟ ਆ ਗਿਆ, ਤੁਸੀਂ ਕਿਵੇਂ ਵੀ ਉਹਨੂੰ ਯੂਜ਼ ਕਰ ਸਕਦੇ ਹੋ। ਸਟ੍ਰਾਈਕ ਥਰੂ ਆ ਗਿਆ, ਇਹ ਪੁੱਛ ਲਏ ਜਾਂਦੇ ਆ, ਠੀਕ ਹੈ ਨਾ। ਜਿਵੇਂ ਸਟ੍ਰਾਈਕ ਥਰੂ ਤੋਂ ਕੁਐਸਚਨ ਕਾਫੀ ਪੁੱਛੇ ਜਾਂਦੇ ਵੀ ਕਿਹੜੀ ਟੈਬ ਦੇ ਵਿੱਚ ਆਉਂਦਾ ਗਾ, ਫੌਂਟ ਦੇ ਵਿੱਚ ਆਉਂਦਾ ਗਾ, ਠੀਕ ਹੈ। ਇਸੇ ਤਰ੍ਹਾਂ ਨੰਬਰ ਹੋ ਗਿਆ, ਅਲਾਈਨਮੈਂਟ ਹੋ ਗਿਆ, ਤੁਸੀਂ ਸੈਂਟਰ ਦੇ ਵਿੱਚ ਕਰਨਾ, ਰਾਈਟ ਦੇ ਵਿੱਚ ਕਰਨਾ, ਲੈਫਟ ਦੇ ਵਿੱਚ ਕਰਨਾ, ਉੱਪਰ ਕਰਨਾ, ਨੀਚੇ ਕਰਨਾ, ਤਾਂ ਕਿਤੇ ਵੀ ਮਤਲਬ ਤੁਸੀਂ ਇਹਨੂੰ ਪੋਜੀਸ਼ਨ ਉਹਦੀ ਕਰ ਸਕਦੇ ਹੋ, ਅਲਾਈਨਮੈਂਟ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਬਾਰਡਰ ਆ ਗਿਆ, ਫਿਲ ਆ ਗਿਆ, ਪ੍ਰੋਟੈਕਸ਼ਨ ਆ ਗਿਆ, ਤਾਂ ਇਹਨਾਂ ਨੂੰ ਅਲੱਗ
अलग तुसीं तरीके दे नाल यूज़ कर सकते हो। सो बेसिकली फॉर्मैट्स सैल आ जिहड़ी विंडो आ दे विंडो दे कोल मतलब 6 टैब ਹੁੰਦੇ ਇਹਨੂੰ ਆਪਾਂ ਆਪਦੀ ਜ਼ਰੂਰਤ ਦੇ ਮੁਤਾਬਕ ਯੂਜ਼ ਕਰ ਸਕਦੇ ਹਾਂ ਰਾਈਟ। ਸੋ ਇਹੀ ਇੱਥੇ ਲਿਖਿਆ ਹੋਇਆ ਦੇਖੋ ਹੁਣ देयर आर 6 टैब्स इन द फॉर्मेट सैल विंडो एंड ऑल फॉर्मेटिंग ऑप्शनस मे बी फाउंड ऑन वन ऑफ दीज टैब्स। ठीक है जिन्नियां भी फॉर्मेटिंग ऑप्शनस आ ਉਹ ਤੁਹਾਨੂੰ ਸਾਰੀਆਂ ਇਹਨਾਂ ਦੇ ਵਿੱਚ ਮਿਲ ਜਾਣਗੇ ਜਿਵੇਂ ਕਿ ਅਲੱਗ-ਅਲੱਗ ਤੁਹਾਨੂੰ ਦੇਸੀ ਰਹੀਆਂ। ਠੀਕ ਹੈ ਨਾ। ਸੋ ਇਹੀ ਲਿਖਿਆ ਹੋਇਆ ਮਲਟੀਪਲ ਸੈਲਸ ਕੈਨ ਬੀ ਫॉर्मेटेड ਇਨ ਵਨ ਸਟੈਪ ਬਾਈ ਫਸਟ ਸਿਲੈਕਟਿੰਗ ਦਾ ਸੈਲਸ। ਕਿਸੇ ਵੀ ਪਰਟੀਕੂਲਰ ਆਪਾਂ ਸੈੱਲ ਨੂੰ ਜਦੋਂ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਆਪਾਂ ਇਹਨਾਂ ਚੀਜ਼ਾਂ ਨੂੰ ਅਪਲਾਈ ਕਰ ਸਕਦੇ। ਜਿਵੇਂ ਮੰਨ ਲਓ ਵਰਕਸ਼ੀਟ ਤੁਹਾਨੂੰ ਜਿਹੜੀ ਮੈਂ ਦਿਖਾਈ ਸੀ ਸ਼ੁਰੂ ਦੇ ਵਿੱਚ ਆਪਾਂ ਜਦੋਂ ਇੱਥੇ ਵਰਕਸ਼ੀਟ ਤੇ ਕਿਸੇ ਵੀ ਵਰਕਸ਼ੀਟ ਤੇ ਸਿਲੈਕਟ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਯਾਨੀ ਕਿ ਇਸ 'ਤੇ ਇੱਥੇ ਜਾਵਾਂਗੇ ਜਿਹੜਾ ਆਹ ਤੁਹਾਡੇ ਫਾਰਮੈਟ ਸੈਲਸ ਹੈ ਇੱਥੇ ਜਦੋਂ ਜਾਵਾਂਗੇ ਤਾਂ ਤੁਹਾਨੂੰ ਸਾਰਾ ਕੁਝ ਜਿਹੜਾ ਤੁਸੀਂ ਇੱਕ ਸੈੱਲ 'ਤੇ ਯਾਨੀ ਕਿ ਮਲਟੀਪਲ ਤੌਰ 'ਤੇ ਉਹਨੂੰ ਅਪਲਾਈ ਕਰ ਸਕਦੇ ਹੋ ਮਲਟੀਪਲ ਸੈਲਸ 'ਤੇ ਵੀ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਰਾਈਟ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਚੀਜ਼ ਜਿਹੜੀ ਪਤਾ ਲੱਗ ਗਈ ਹੋਣੀ ਹੈ। ਹੁਣ ਤੁਹਾਨੂੰ ਇਹ ਨਹੀਂ ਸਮਝ ਲੱਗ ਰਹੀ ਹੋਣੀ ਵੀ ਇਹ ਆਇਆ ਕਿੱਥੋਂ। ਠੀਕ ਹੈ ਨਾ। ਜਿਹੜੇ 6 ਟੈਬ ਖੁੱਲਣਗੇ ਕਿੱਥੋਂ ਇਹ ਵੀ ਪੁੱਛ ਲਿਆ ਜਾਂਦਾ ਹੁੰਦਾ। ਤਾਂ ਬੇਸਿਕਲੀ ਇਹ ਜਿਹੜੇ ਖੁੱਲਣਗੇ ਜਿਵੇਂ ਕਿ ਤੁਹਾਨੂੰ ਇਹ ਦੇਸੀ ਰਿਹਾ ਗਿਆ ਇੱਥੇ ਜਿਵੇਂ ਆ ਬੋਲਡ ਆ ਗਿਆ ਹੈ ਨਾ ਜਾਂ ਤੁਹਾਡਾ ਜਿਹੜਾ ਇੱਥੇ ਕੈਲਬਰੀ ਆ ਗਿਆ ਜਾਂ ਜਿਹੜਾ ਮਤਲਬ ਸਾਈਜ਼ ਆ ਗਿਆ ਫੌਂਟ ਦਾ। ਠੀਕ ਹੈ ਇਹ ਤੁਹਾਨੂੰ ਦਿਖ ਰਿਹਾ ਹੋਊਗਾ। ਠੀਕ ਹੈ ਨਾ। ਇਹ ਮੇਨ ਆ ਜਿਹੜੇ ਆਪਾਂ ਅਕਸਰ ਯੂਜ਼ ਕਰਦੇ ਹਾਂ। ਜੇਕਰ ਤੁਸੀਂ ਇਹਨੂੰ ਐਲੈਬੋਰੇਟ ਕਰਨਾਗਾ ਤਾਂ ਆਹ ਤੁਹਾਨੂੰ ਇੱਕ ਐਰੋ ਦਿਸ ਰਿਹਾ ਹੋਊਗਾ ਤਾਂ ਤੁਸੀਂ ਜਦੋਂ ਇਹਨੂੰ ਕਲਿੱਕ ਕਰ ਦੋਗੇ ਤਾਂ ਤੁਹਾਨੂੰ ਆਹੀ ਜਿਹੜਾ ਮੈਂ ਤੁਹਾਨੂੰ ਡੱਬਾ ਦਿਖਾ ਰਿਹਾ ਹਾਂਗਾ 6 ਟੈਬਸ ਵਾਲਾ ਇਹੀ ਤੁਹਾਨੂੰ ਦਿਖ ਜੂਗਾ। ਠੀਕ ਹੈ ਨਾ। ਸੋ ਇਹ ਸਾਰਾ ਖੁੱਲ੍ਹ ਜਾਣਾਗਾ ਤੁਸੀਂ ਫਿਰ ਉਹਨੂੰ ਹੋਰ ਵੀ ਵਾਸਟ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਤੁਹਾਨੂੰ ਦੇਖੋ ਸਾਰਾ ਇੱਥੇ ਦਿਸ ਰਿਹਾ ਜਿਹੜਾ ਆਪਾਂ ਨੂੰ ਫਰੰਟ ਦੇ ਵਿੱਚ ਦਿੰਦਾ ਹੈਗਾ ਜਿਵੇਂ ਕਿ ਇਟੈਲਿਕ ਹੋ ਗਿਆ ਬੋਲਡ ਹੋ ਗਿਆ। ਠੀਕ ਹੈ ਨਾ। ਬੋਲਡ ਇਟੈਲਿਕ ਹੋ ਗਿਆ ਤੁਸੀਂ ਇਹ ਕਰ ਸਕਦੇ ਹੋ ਪਰਫਾਰਮ। ਇੱਥੇ ਸਾਈਜ਼ ਆ ਗਿਆ ਤਾਂ ਸਾਰਾ ਕੁਛ ਇੱਥੇ ਹੋ ਸਕਦਾ ਹੈਗਾ। ਠੀਕ ਹੈ। ਸੋ ਚਲੋ ਖੈਰ ਦ ਫਾਰਮੈਟ ਸੈਲਸ ਵਿੰਡੋ ਕੈਨ ਬੀ ਓਪਨਡ ਇਨ ਦਾ ਫਰੋਮ ਦ ਰਾਈਟ ਕਲਿੱਕ ਮੀਨੂ। ਤਾਂ ਆਹ ਤੁਹਾਨੂੰ ਮੈਂ ਹੁਣੀ ਜਿਹੜਾ ਦੱਸਿਆ ਹੈਗਾ। ठीक है ना। सो इन एक्सेल फॉर्मेटिंग ऑप्शंस आर अवेलेबल ऑन द होम टैब ऑन द फॉन्ट अलाइनमेंट एंड नंबर ग्रुप्स ਜਿਹੜੇ ਆਪਾਂ ਦੇਖਿਆ ਹੁਣ ਟੂ ਸੀ ਫॉर्मेटिंग ऑप्शंस नॉट डिस्प्लेड क्लिक द लिटिल एरो ਜਿਹੜਾ ਤੁਹਾਨੂੰ ਮੈਂ ਦਿਖਾਇਆ ਉਹਨੂੰ ਕੀ ਕਹਿੰਦੇ ਆ ਕਾਲਡ ਲਾਂਚਰ। ਸੋ ਬਸ ਇਹੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ। ਹੁਣ ਆਪਾਂ ਦੇਖੋ ਇੰਨਾ ਜ਼ਿਆਦਾ ਪੜ੍ਹ ਲੈਂਦੇ MS ਐਕਸਲ ਦੇ ਸਾਰੇ ਆਪਾਂ ਸ਼ਾਰਟਕਟ ਯਾਦ ਕਰਕੇ ਜਾ ਵੜਦੇ ਹਾਂ ਉੱਥੇ ਥਿਓਰੈਟੀਕਲ ਆ ਜਾਂਦਾ ਲਾਂਚਰ ਕੀ ਆ। ਠੀਕ ਹੈ ਨਾ। ਸੋ ਆਪਾਂ ਨੂੰ ਨਹੀਂ ਪਤਾ ਲੱਗਦਾ ਉੱਥੇ ਝਾਕੀ ਜਾਂਦੇ ਹੁੰਦੇ ਇੱਕ ਦੂਜੇ ਕਨੀ। ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇੰਨੇ ਨਿੱਕੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪੂਰਾ ਐਲੈਬੋਰੇਟ ਕਰਕੇ ਪੜ੍ਹਾਂਗੇ। ਸ਼ਾਰਟਕਟ ਕੀਜ਼ ਤਾਂ ਮੈਂ ਜਮਾ ਐਂਡ 'ਤੇ ਤੁਹਾਨੂੰ ਇੱਕ ਵਾਰੀ ਲਿਖਾ ਦੂੰਗਾ ਕਿਉਂਕਿ ਉਹ ਤਾਂ ਇੰਪੋਰਟੈਂਟ ਬਣਦੀਆਂ ਉਹਨਾਂ ਤੋਂ ਕੁਐਸਚਨ ਵੀ ਆਉਂਦੇ ਆ। ਠੀਕ ਹੈ ਨਾ। ਉਹ ਤੁਹਾਨੂੰ ਮੈਂ ਐਂਡ 'ਤੇ ਸਾਰੀਆਂ ਲਿਖਵਾ ਦੂੰਗਾ ਬਾਕੀ ਆਪਾਂ ਪਰਫਾਰਮ ਵੀ ਕਰਕੇ ਦੇਖ ਲਾਂਗੇ। ਠੀਕ ਹੈ। ਸੋ ਬੇਸਿਕਲੀ ਇਹਨੂੰ ਆਪਾਂ ਲਾਂਚਰ ਕਹਿੰਦੇ ਆ। ਸੋ ਇਹ ਤੁਸੀਂ ਯਾਦ ਰੱਖਣਾਗਾ ਇਨ ਦਾ ਲੋਅਰ ਰਾਈਟ ਕਾਰਨਰ ਆਫ ਦਾ ਗਰੁੱਪ ਐਂਡ ਫਾਰਮੈਟ ਸੈੱਲ ਵਿੰਡੋ ਜਿਹੜਾ ਕਿ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਇਹ ਕਲਿੱਕ ਕਰਕੇ ਰਾਈਟ। ਸੋ ਇਹ ਹੋ ਗਿਆ ਤੁਹਾਡਾ ਫਾਰਮੈਟਿੰਗ ਸੈੱਲ ਯਾਨੀ ਕਿ ਸੈੱਲ ਨੂੰ ਫਾਰਮੈਟ ਕਰਨਾ। ਹੁਣ ਅੱਗੇ ਮਰਜ ਐਂਡ ਸੈਂਟਰ ਤੁਹਾਨੂੰ ਇਹਦਾ ਜਿਹੜਾ ਮਰਜ ਐਂਡ ਸੈਂਟਰ ਦੇ ਨਾਮ ਤੋਂ ਹੀ ਪਤਾ ਲੱਗਦਾ ਹੋਊਗਾ ਕਿ ਮਰਜ ਕਰਨਾ ਤੇ ਸੈਂਟਰ 'ਚ ਲਿਆਉਣਾ। ਠੀਕ ਹੈ ਨਾ। ਸੋ ਬੇਸਿਕਲੀ ਮਰਜਿੰਗ ਸੈਲਸ ਇਜ਼ ਆਫਨ ਯੂਜ਼ਡ ਵੈਨ ਅ ਟਾਈਟਲ ਇਜ਼ ਟੂ ਬੀ ਸੈਂਟਰਡ ਓਵਰ ਅ ਪਾਰਟੀਕੂਲਰ ਸੈਕਸ਼ਨ। ਹੁਣ ਤੁਹਾਨੂੰ ਫੇਰ ਨਹੀਂ ਸਮਝ ਲੱਗ ਰਿਹਾ ਹੋਊਗਾ ਛੱਡੋ ਆਪਾਂ ਇੰਗਲਿਸ਼ ਬਾਅਦ 'ਚ ਪੜ੍ਹਾਂਗੇ ਪਹਿਲਾਂ ਪ੍ਰੈਕਟੀਕਲ ਦੇਖਦੇ ਹਾਂ ਫਿਰ ਤੁਹਾਨੂੰ ਇੰਗਲਿਸ਼ ਸਮਝ ਲੱਗ ਜੂਗੀ। ਜਿਵੇਂ ਕਿ ਨੀਚੇ ਤੁਹਾਨੂੰ ਇੱਕ ਟੇਬਲ ਦਿਖ ਰਿਹਾ ਹੈਗਾ ਨੀਚੇ ਕੀ ਆ ਕਿ ਲਿਸਟ ਆਫ ਸਟੂਡੈਂਟਸ ਆ ਉਸ ਤੋਂ ਬਾਅਦ ਨੇਮ ਹੈ ਰੋਲ ਨੰਬਰ ਹੈ ਇੱਥੇ ਸਪੈਲਿੰਗ ਗਲਤ ਹੈ ਰੋਲ ਨੰਬਰ ਹੋ ਗਿਆ ਨੇਮ ਆਫ ਫਾਦਰ ਹੋ ਗਿਆ ਕੈਂਡੀਡੇਟ ਨੇਮ ਹੋ ਗਿਆ। ਹੁਣ ਆਪਾਂ ਲਿਸਟ ਆਫ ਸਟੂਡੈਂਟਸ ਨੂੰ ਵਿਚਾਲੇ ਲੈ ਕੇ ਆਉਣਾ ਯਾਨੀ ਕਿ ਉਹਨੂੰ ਮਰਜ ਕਰਕੇ ਸੈਂਟਰ ਦੇ ਵਿੱਚ ਲੈ ਕੇ ਆਉਣਾਗਾ। ਸੋ ਉਹਨੂੰ ਆਪਾਂ ਸੈਂਟਰ ਦੇ ਵਿੱਚ ਕਿਵੇਂ ਲੈ ਕੇ ਆਵਾਂਗੇ ਬਸ ਆਹੀ ਚੀਜ਼ ਹੈ। ਇਹਨੂੰ ਆਪਾਂ ਸਿਲੈਕਟ ਕਰਾਂਗੇ। ਠੀਕ ਹੈ। ਹੁਣ ਇਹ ਅਲਾਈਨਮੈਂਟ ਨਾਲ ਆਊਗਾ ਸਿਲੈਕਟ ਕਰਾਂਗੇ ਤੇ ਤੁਹਾਨੂੰ ਇੱਥੇ ਆ ਮਰਜ ਐਂਡ ਸੈਂਟਰ ਦਿਖ ਰਿਹਾ ਹੋਊਗਾ। ਮਰਜ ਐਂਡ ਸੈਂਟਰ ਤੇ ਇੱਥੇ ਆ ਐਰੋ ਦਿਖ ਰਿਹਾ ਹੋਊਗਾ ਤੁਹਾਨੂੰ ਨਿੱਕਾ ਜਿਹਾ। ਠੀਕ ਹੈ ਨਾ। ਮੈਂ ਸਾਫ਼ ਕਰ ਦੇਣਾ ਇੱਥੇ ਐਰੋ ਆ ਤੁਹਾਨੂੰ ਦਿਖ ਰਿਹਾ। ਠੀਕ ਹੈ। ਇਹ 'ਤੇ ਕਲਿੱਕ ਕਰੋਗੇ ਤੇ ਇੱਥੇ ਇੱਕ ਹੋਰ ਆਪਸ਼ਨ ਆ ਜਾਊਗੀ ਮਰਜ ਐਂਡ ਸੈਂਟਰ ਦੀ ਉਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਅਲਾਈਨਮੈਂਟ ਇਹ ਸਾਰਾ ਸੈਂਟਰ ਦੇ ਵਿੱਚ ਆ ਜਾਊਗਾ। ਇਸ ਤੋਂ ਪਹਿਲਾਂ ਇਹਨੂੰ ਸਿਲੈਕਟ ਕਰਨਾ ਪੈਣਾਗਾ ਲਿਸਟ ਆਫ ਸਟੂਡੈਂਟਸ ਨੂੰ। ਹੁਣ ਜਦੋਂ ਆਪਾਂ ਸੈਂਟਰ ਦੇ ਵਿੱਚ ਲਿਆਂਦਾ ਤਾਂ ਕਿਵੇਂ ਦਿਸੂਗਾ ਇਹ ਸੈਂਟਰ ਦੇ ਵਿੱਚ ਕਿੱਧਰ ਗਿਆ ਸੈਂਟਰ ਦੇ ਵਿੱਚ ਆ ਗਿਆ। ਠੀਕ ਹੈ ਨਾ। ਸੋ ਆਪਾਂ ਸੈਂਟਰ ਦੇ ਵਿੱਚ ਲੈ ਕੇ ਆਏ ਆ ਤਾਂ ਸੈਂਟਰ ਦੇ ਵਿੱਚ ਤੁਹਾਡਾ ਆ ਗਿਆ ਯਾਨੀ ਆਪਾਂ ਅਲਾਈਨਮੈਂਟ ਦੀ ਮਰਜ ਐਂਡ ਸੈਂਟਰ ਕਰਤਾ ਇਹਨੂੰ। ਸੋ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਸ਼ੋਅ ਹੋ ਜਾਊਗਾ। ਠੀਕ ਹੈ। ਸੋ ਪੁੱਛ ਲਿਆ ਜਾਂਦਾ ਹੁੰਦਾ ਵੀ ਜਿਹੜਾ ਸੈਂਟਰ ਦੇ ਵਿੱਚ ਲਿਆਉਣਾ ਹੋਵੇ ਤਾਂ ਕਿਹੜਾ ਆਪਸ਼ਨ ਹੁੰਦਾਗਾ ਤਾਂ ਮਰਜ ਐਂਡ ਸੈਂਟਰ ਆਊਗਾ। ਠੀਕ ਹੈ। ਸੋ ਮਰਜਿੰਗ ਸੈਲਸ ਇਜ਼ ਆਫਨ ਯੂਜ਼ਡ ਹੁਣ ਸਾਰਾ ਕੁਝ ਤੁਹਾਨੂੰ ਇੰਗਲਿਸ਼ 'ਚ ਸਮਝ ਲੱਗ ਜੂਗਾ। ਮਰਜਿੰਗ ਸੈਲਸ ਇਜ਼ ਆਫਨ ਯੂਜ਼ਡ ਕਦੋਂ ਯੂਜ਼ ਕਰਦੇ ਹਾਂ ਆਪਾਂ ਅਕਸਰ ਉਹਨੂੰ ਵੈਨ ਅ ਟਾਈਟਲ ਇਜ਼ ਟੂ ਬੀ ਸੈਂਟਰਡ ਓਵਰ ਅ ਪਰਟੀਕੂਲਰ ਸੈਕਸ਼ਨ ਆਫ ਅ ਸਪਰੈਡ ਸ਼ੀਟ। ਸੋ ਆਪਾਂ ਸੈਂਟਰ ਦੇ ਵਿੱਚ ਲਿਆਉਣ ਵਾਸਤੇ ਉਹਨੂੰ ਕਰਦੇ ਹਾਂ ਵੈਨ ਅ ਗਰੁੱਪ ਆਫ ਸੈਲਸ ਇਜ਼ ਮਰਜਡ ਦੈਨ ਦਾ ਟੈਕਸਟ ਆਫ ਦਿਸ ਸੈੱਲ ਇਜ਼ ਮਰਜਡ ਐਜ਼ ਪਰ ਸਿਲੈਕਸ਼ਨ ਐਂਡ ਅਲਾਈਨਡ ਸੈਂਟਰ
ਲੈਟਸ ਹੀ ਹਾਊ ਟੂ ਡੂ ਦਿਸ, ਠੀਕ ਹੈ। ਸੋ ਕਹਿਣ ਦਾ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਮੈਂ, ਸੈਂਟਰ ਦੇ ਵਿੱਚ ਉਹ ਆ ਜਾਊਗਾ ਮਰਜ ਕਰਕੇ ਸੈਲਜ਼ ਨੂੰ, ਠੀਕ ਹੈ। ਸੋ ਟੂ ਮਰਜ ਅ ਗਰੁੱਪ ਆਫ ਸੈਲਜ਼, ਟਾਈਪ ਯੂਅਰ ਡੇਟਾ, ਟਾਈਪ ਕਰਤਾ ਆਪਾਂ, ਹਾਈਲਾਈਟ ਔਰ ਸਿਲੈਕਟ, ਆਪਾਂ ਰੇਂਜ ਆਫ ਸੈਲਜ਼ ਜਿਹੜੀ ਆਪਾਂ ਇਹਨੂੰ ਸਿਲੈਕਟ ਕਰਨਾ ਗਾ, ਜਿਹੜਾ ਤੁਹਾਨੂੰ ਮੈਂ ਦੱਸਿਆ ਲਿਸਟ ਆਫ ਸਟੂਡੈਂਟਸ ਨੂੰ ਸਿਲੈਕਟ ਕਰ ਲਿਆ। ਰਾਈਟ ਕਲਿੱਕ ਉਹਨੂੰ ਕਰ ਸਕਦੇ ਹੋ, ਜਦੋਂ ਰਾਈਟ ਕਲਿੱਕ ਕਰਤਾ, ਇੱਕ ਤਾਂ ਮੈਂ ਤੁਹਾਨੂੰ ਇਹ ਦੱਸਿਆਗਾ ਕਿ ਤੁਸੀਂ ਮਰਜ ਐਂਡ ਸੈਂਟਰ ਦੇ ਵਿੱਚ ਜਾ ਕੇ ਸਿੱਧਾ ਇੱਥੇ ਐਰੋ, ਉਸ ਤੋਂ ਬਾਅਦ ਮਰਜ ਐਂਡ ਸੈਂਟਰ ਕਰ ਸਕਦੇ ਹੋ। ਇੱਕ ਤੁਸੀਂ ਕੀ ਕਰ ਸਕਦੇ ਹੋ, ਜਦੋਂ ਉਹਨੂੰ ਹਾਈਲਾਈਟ ਕਰ ਲਿਆ ਉਸ ਤੋਂ ਬਾਅਦ ਰਾਈਟ ਕਲਿੱਕ ਉਹ 'ਤੇ ਕਰਨਾ ਗਾ, ਜਦੋਂ ਆਪਾਂ ਲਿਸਟ ਆਫ ਸਟੂਡੈਂਟਸ ਨੂੰ ਹਾਈਲਾਈਟ ਕਰ ਲਿਆ, ਰਾਈਟ ਕਲਿੱਕ ਜਦੋਂ ਕਰੋਗੇ ਤਾਂ ਆਹ ਤੁਹਾਡੇ ਕੋਲ ਜਿਹੜਾ ਇੱਥੇ ਡੱਬਾ ਬਣਿਆ ਹੋਇਆ ਤੁਹਾਨੂੰ ਦੇਖ ਹੀ ਰਿਹਾ, ਕੱਟ ਕਾਪੀ ਪੇਸਟ ਆਪਸ਼ਨਸ, ਇਹ ਸਾਰਾ ਕੁਝ ਆ ਜਾਊਗਾ। ਅਤੇ ਇੱਥੇ ਤੁਹਾਨੂੰ ਦਿਸੂਗਾ ਜਿਹੜਾ ਉਹ ਦਿਸੂਗਾ ਫਾਰਮੈਟ ਸੈਲਜ਼, ਠੀਕ ਹੈ। ਫਾਰਮੈਟ ਸੈਲਜ਼ ਜਦੋਂ ਖੋਲੋਗੇ ਤਾਂ ਉੱਥੇ ਅਲਾਈਨਮੈਂਟ ਆ ਜਾਊਗਾ, ਜਿਹੜਾ ਕਿ ਆਪਾਂ ਸਟਾਰਟਿੰਗ ਦੇ ਵਿੱਚ ਹੀ ਦੇਖਿਆ ਗਾ। ਸਟਾਰਟਿੰਗ ਦੇ ਵਿੱਚ ਆਹ ਫਾਰਮੈਟ ਸੈਲਜ਼ ਖੁੱਲ੍ਹਿਆ ਹੋਊਗਾ ਤਾਂ ਇੱਥੇ ਤੁਹਾਡੇ ਕੋਲ ਕੀ ਆ ਜਾਊਗਾ, ਅਲਾਈਨਮੈਂਟ ਆ ਜਾਊਗਾ, ਠੀਕ ਹੈ। ਅਲਾਈਨਮੈਂਟ ਜਦੋਂ ਆ ਗਿਆ, ਤੁਸੀਂ ਅਲਾਈਨਮੈਂਟ ਦੇ ਵਿੱਚ ਜਾ ਕੇ ਫਿਰ ਉੱਥੇ ਮਰਜ ਐਂਡ ਸੈਂਟਰ ਆਊਗਾ ਆਪਸ਼ਨ ਦੇ ਵਿੱਚ, ਤੁਸੀਂ ਉਹ ਕਰ ਸਕਦੇ ਹੋ, ਠੀਕ ਹੈ ਨਾ। ਸੋ ਬੇਸਿਕਲੀ ਇਹ ਤਰੀਕਾ ਗਾ, ਜਿਵੇਂ ਕਿ ਤੁਹਾਨੂੰ ਇੱਥੇ ਲਿਸਟ ਆਫ ਸਟੂਡੈਂਟਸ ਦੇਖ ਹੀ ਰਿਹਾ ਗਾ, ਸੈਂਟਰ ਦੇ ਵਿੱਚ ਆ ਜਾਊਗਾ, ਠੀਕ ਹੈ। ਇਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ। ਫਾਰਮੈਟ ਸੈਲਜ਼ ਜਿਹੜਾ ਰਾਈਟ ਹੈ ਇਹ 'ਤੇ ਕਲਿੱਕ ਕਰਕੇ, ਸੋ ਇਹ ਪੁੱਛਿਆ ਜਾ ਸਕਦਾ ਕਿ ਉਸ ਤੋਂ ਬਾਅਦ ਫਾਰਮੈਟ ਸੈਲਜ਼ ਦਾ ਜਿਹੜਾ ਡਾਇਲੋਗ ਬਾਕਸ ਆ ਓਪਨ ਹੋ ਜਾਊਗਾ, ਜਿਹੜਾ ਤੁਹਾਨੂੰ ਮੈਂ ਹੁਣੇ ਦਿਖਾਇਆ 6 ਟੈਬਾਂ ਜਿਹੜੀਆਂ ਆਪਾਂ ਫਾਰਮੈਟ ਸੈਲ ਦੀਆਂ ਪੜ੍ਹੀਆਂ, ਠੀਕ ਹੈ ਨਾ। ਸੋ 6 ਟੈਬਾਂ ਤੁਸੀਂ ਯਾਦ ਵੀ ਕਰ ਲੈਣਾ, ਕਿਹੜੀਆਂ 6 ਟੈਬਾਂ ਹੁੰਦੀਆਂ, ਇਹ ਪੁੱਛ ਲਿਆ ਜਾ ਸਕਦਾ ਵੀ ਫਾਰਮੈਟ ਸੈਲ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜੀ ਟੈਬ ਨਹੀਂ ਹੁੰਦੀ, ਉਹਦੇ ਵਿੱਚ ਨੰਬਰ, ਅਲਾਈਨਮੈਂਟ, ਫੌਂਟ, ਬਾਰਡਰ, ਫਿਲ, ਪ੍ਰੋਟੈਕਸ਼ਨ ਸਾਰਾ ਲਿਖਿਆ ਹੋਊਗਾ, ਠੀਕ ਹੈ ਨਾ। ਸੋ ਇਹ ਤੁਸੀਂ ਜ਼ਰੂਰ ਯਾਦ ਕਰ ਲੈਣਾ, ਬਹੁਤ ਜ਼ਿਆਦਾ ਇੰਪੋਰਟੈਂਟ ਆ ਭਾਈ, ਠੀਕ ਹੈ ਨਾ। ਸੋ ਰਾਈਟ ਕਲਿੱਕ ਕਰਕੇ ਵੀ ਕਰ ਸਕਦੇ ਹਾਂ, ਸਿੱਧਾ ਤੁਹਾਨੂੰ ਉੱਪਰ ਵੀ ਦਿਖ ਰਿਹਾ ਹੈਗਾ, ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਆਪਾਂ ਫੌਂਟ ਡਾਇਰੈਕਟ ਵੀ ਆਪਾਂ ਸਾਈਜ਼ ਉਹਦਾ ਘਟਾ ਸਕਦੇ ਹਾਂ, ਜਾਂ ਫਿਰ ਐਰੋ 'ਤੇ ਜਾ ਕੇ ਫਾਰਮੈਟ ਸੈਲ ਦੀਆਂ ਸਾਰੀਆਂ ਟੈਬਸ ਖੋਲ੍ਹ ਲਈਆਂ, ਆਪਾਂ ਉਹਦੇ ਵਿੱਚ ਵੀ ਜਾ ਕੇ ਕਰ ਸਕਦੇ ਹਾਂ ਉਸੇ ਤਰੀਕੇ ਦੇ ਨਾਲ, ਰਾਈਟ। ਡਾਇਲੋਗ ਬਾਕਸ ਵੀ ਤੁਸੀਂ ਖੋਲ੍ਹ ਸਕਦੇ ਹੋ, ਉੱਥੋਂ ਵੀ ਤੁਹਾਡਾ ਹੋ ਜਾਊਗਾ, ਠੀਕ ਹੈ। ਸੋ ਇਸ ਤੋਂ ਬਾਅਦ ਆ ਗਿਆ ਭਾਈ ਤੁਹਾਡਾ ਭਲਾ ਕਰੇ, ਸੈਂਟਰ ਦੇ ਵਿੱਚ ਇਹ ਆ ਗਿਆ। ਉਸ ਤੋਂ ਬਾਅਦ ਦੀ ਗੱਲ ਆਪਾਂ ਕਰਦੇ ਹਾਂ ਨੰਬਰਸ ਗਰੁੱਪ। ਹੁਣ ਨੰਬਰਸ ਗਰੁੱਪ ਬੇਸਿਕਲੀ ਕੀ ਆ, ਮਰਜ ਅਤੇ ਸੈਂਟਰ ਆਪਾਂ ਪੜ੍ਹ ਲਿਆ, ਠੀਕ ਹੈ। ਹੁਣ ਨੰਬਰਸ ਗਰੁੱਪ ਬੇਸਿਕਲੀ ਹੈ ਕਿ ਜਿਹਨੂੰ ਆਪਾਂ ਨੰਬਰ ਗਰੁੱਪ ਕਹਿੰਦੇ ਹਾਂ। ਸੋ by applying different number of formats we can change the appearance of a number without changing the number itself। ਛੱਡੋ ਪਰੇ, ਆਪਾਂ ਅੰਗਰੇਜ਼ੀ ਪੜ੍ਹਨੀ ਹੋਈ ਨਹੀਂ, ਅੰਗਰੇਜ਼ੀ ਬਾਅਦ 'ਚ ਪੜ੍ਹਨੀ ਹੈ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਪ੍ਰੈਕਟੀਕਲ ਦਾ। ਆਪਾਂ ਸਿੱਧਾ ਚੱਲਦੇ ਹਾਂ ਪ੍ਰੈਕਟੀਕਲ 'ਤੇ, ਰਾਈਟ। ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਤੁਹਾਨੂੰ ਦੱਸੀ ਸੀ ਇੰਟਰੋਡਕਸ਼ਨ ਦੇ ਵਿੱਚ, ਜਦੋਂ ਫਾਰਮੈਟ ਸੈੱਲ ਬਾਰੇ ਪੜ੍ਹ ਰਹੇ ਸੀ ਕਿ ਵੈਲਿਊ ਚੇਂਜ ਨਹੀਂ ਹੁੰਦੀ, ਚਾਹੇ ਆਪਾਂ ਉਹ 'ਤੇ ਜਿੰਨੀਆਂ ਵੀ ਪ੍ਰੋਪਰਟੀਜ਼ ਆ ਉਹਨਾਂ ਨੂੰ ਲਾ ਦਈਏ, ਬਟ ਸੈੱਲ ਦੀ ਵੈਲਿਊ ਹੈ ਜਿਹੜੀ ਉਹ ਚੇਂਜ ਨਹੀਂ ਹੁੰਦੀ। ਜਿਵੇਂ ਕਿ ਆਪਾਂ ਇੱਥੇ ਦੇਖਦੇ ਹਾਂ, ਹੁਣ ਲਿਸਟ ਆਫ ਸਟੂਡੈਂਟਸ ਆ, ਨੇਮ ਆ, ਰੋਲ ਨੰਬਰ ਆ, ਫਾਦਰ ਆ, ਮੈਂ ਰੋਲ ਨੰਬਰ ਇੱਕ ਲਿਖਤਾ 153, ਠੀਕ ਹੈ। ਹੁਣ 153 ਲਿਖਤਾ ਤਾਂ ਤੁਹਾਨੂੰ ਫਾਰਮੂਲਾ ਬਾਰ ਦੇ ਵਿੱਚ 153 ਦਿਖ ਰਿਹਾ ਹੈਗਾ, ਠੀਕ ਹੈ। ਜੇ ਆਪਾਂ 153 ਲਿਖਤਾ ਯਾਨੀ ਕਿ ਸੈੱਲ ਦੀ ਵੈਲਿਊ 153 ਆ ਗਈ, ਠੀਕ ਹੈ। ਹੁਣ ਮੈਂ ਪਰਫਾਰਮ ਕਰਨ ਜਾ ਰਿਹਾ ਇੱਕ ਪ੍ਰੋਪਰਟੀ, ਪਰਫਾਰਮ ਕੀ ਕਰਨ ਜਾ ਰਿਹਾ ਕਿ ਮੈਂ ਗਿਆ ਭਾਈ ਨੰਬਰ ਗਰੁੱਪ ਦੇ ਵਿੱਚ। ਨੰਬਰ ਗਰੁੱਪ ਦੇ ਵਿੱਚ ਮੈਂ ਕੀ ਕੀਤਾ, ਜਿਵੇਂ ਕਿ ਤੁਹਾਨੂੰ ਇੱਥੇ ਦਿਖ ਰਿਹਾ ਹੋਊਗਾ, ਇੱਥੇ ਤੁਹਾਨੂੰ ਦਿਖ ਰਿਹਾ ਜਰਨਲ, ਠੀਕ ਹੈ। ਇਹ ਨੰਬਰ ਗਰੁੱਪ ਹੈ। ਸੋ ਜਰਨਲ ਦੇ ਵਿੱਚ ਆਪਾਂ ਗਏ, ਜਰਨਲ ਦਾ ਮਤਲਬ ਇਨ ਜਰਨਲ ਜਿਹੜੀ ਆਪਾਂ ਜਿਵੇਂ ਆਪਾਂ 153 ਲਿਖਿਆ 153 ਸ਼ੋ ਹੋ ਗਿਆ, ਬਟ ਆਪਾਂ ਜਿਵੇਂ ਮੰਨ ਲਓ ਜਿਵੇਂ ਜਰਨਲ ਦੇ ਵਿੱਚ ਕੋਈ ਵੀ ਸਪੈਸੀਫਿਕ ਫਾਰਮੈਟ ਨਹੀਂ ਹੈਗਾ, ਬਟ ਆਪਾਂ ਕੋਈ ਸਪੈਸੀਫਿਕ ਫਾਰਮੈਟ ਲੈ ਕੇ ਆਉਣਾ ਜਿਹਦੇ ਵਿੱਚ ਨੰਬਰ ਜੇ ਆਪਾਂ ਲਿਖਾਂਗੇ ਤਾਂ 153.00 ਲਿਖਿਆ ਜਾਊਗਾ, ਠੀਕ ਹੈ। ਉਸ ਤੋਂ ਬਾਅਦ ਕਰੰਸੀ ਆ, ਉਹਦੇ ਵਿੱਚ ਮੂਹਰੇ ਕਰੰਸੀ ਆ ਜੂਗੀ 153.00, ਫਿਰ ਅਕਾਊਂਟਿੰਗ ਆ ਗਿਆ, ਫਿਰ ਸ਼ਾਰਟ ਡੇਟ, ਉਹ ਤਾਂ ਡੇਟ ਚਲੋ ਸ਼ੋ ਹੋ ਜੂਗੀ ਜਿਹੜੀ ਹੋਏਗੀ ਆ, ਠੀਕ ਹੈ ਨਾ। ਟਾਈਮ ਹੋ ਗਿਆ, ਟਾਈਮ ਤੁਹਾਡਾ ਸ਼ੋ ਹੋ ਜਾਊਗਾ। ਸੋ ਬੇਸਿਕਲੀ ਆਪਾਂ ਜਿਹੜਾ ਵੀ ਪ੍ਰੋਪਰਟੀ ਜਿਵੇਂ ਪਰਸੈਂਟੇਜ ਹੋ ਗਿਆ, ਫਰੈਕਸ਼ਨ ਹੋ ਗਿਆ, ਸਾਇੰਟੀਫਿਕ ਹੋ ਗਿਆ, ਟੈਕਸਟ ਹੋ ਗਿਆ, ਸੋ ਬੇਸਿਕਲੀ ਸੈੱਲ ਦੀ ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਆਊਗਾ, ਬਸ ਤੁਹਾਨੂੰ ਇੱਥੇ ਫਰਕ ਜ਼ਰੂਰ ਮਿਲ ਜੂਗਾ ਸੈੱਲ ਦੇ ਵਿੱਚ, ਠੀਕ ਹੈ। ਇੱਥੇ ਕੋਈ ਫਰਕ ਨਹੀਂ ਆਊਗਾ, ਠੀਕ ਹੈ ਨਾ, ਫਾਰਮੂਲਾ ਬਾਰ ਦੇ ਵਿੱਚ। ਹੁਣ ਕਰਕੇ ਵੀ ਦੇਖਦੇ ਹਾਂ ਆਪਾਂ ਇੱਕ, ਕੋਈ ਚੱਕਰ ਨਹੀਂ। ਸੋ ਹੁਣ ਤਾਂ ਜਰਨਲ ਹੈ, ਠੀਕ ਹੈ, ਜਿੱਥੇ ਕੋਈ ਵੀ ਸਪੈਸੀਫਿਕ ਫਾਰਮੈਟ ਨਹੀਂ ਹੈਗਾ, ਬਟ ਮੈਂ ਇੱਕ ਅਕਾਊਂਟਿੰਗ ਦਾ ਇਹ 'ਤੇ ਕਲਿੱਕ ਕਰਤਾ, ਯਾਨੀ ਕਿ ਜਿਹੜਾ ਇੱਥੇ ਅਕਾਊਂਟਿੰਗ ਆ ਮੈਂ ਉਸ 'ਤੇ ਕਲਿੱਕ ਕਰਤਾ, ਆਹ ਅਕਾਊਂਟਿੰਗ 'ਤੇ ਕਲਿੱਕ ਕਰਤਾ। ਅਕਾਊਂਟਿੰਗ 'ਤੇ ਕਲਿੱਕ ਕੀਤਾ ਤਾਂ ਇੱਥੇ ਦੇਖ ਲਓ ਵੈਲਿਊ ਜਿਹੜੀ ਆਹ ਯਾਨੀ ਕਿ ਸੈੱਲ ਦੀ ਵੈਲਿਊ ਆ ਜਿਹੜੀ ਉਹ ਚੇਂਜ ਨਹੀਂ ਹੋਈ, ਉਹ 153 ਹੀ ਰਹੀ ਆ, ਬਟ ਆਪਾਂ ਇਸ ਨੂੰ ਇਸ ਫਾਰਮ ਦੇ ਵਿੱਚ ਲਿਆਏ, ਇਸ ਪ੍ਰੋਪਰਟੀ ਦੇ ਵਿੱਚ ਲਿਆਏ, ਠੀਕ ਹੈ ਨਾ। ਸੋ ਅਕਾਊਂਟਿੰਗ ਫਾਰਮ ਦੇ ਵਿੱਚ ਆਪਾਂ ਨੂੰ ਲਿਆਏ, ਬਟ ਸੈੱਲ ਦੀ ਵੈਲਿਊ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਸੋ ਬਸ ਇਹੀ ਕਹਿਣ ਦਾ ਮਤਲਬ ਹੈ। ਹੁਣ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਸਾਰਾ ਕੁਝ ਸਮਝ ਲੱਗ ਜਾਊਗਾ। ਕੁਐਸਚਨ ਕੀ ਪੁੱਛਿਆ ਜਾ ਸਕਦਾ, ਕੁਐਸਚਨ ਇਹੀ ਪੁੱਛਿਆ ਜਾ ਸਕਦਾ ਵੀ ਸੈੱਲ ਦੀ ਵੈਲਿਊ ਚੇਂਜ ਨਹੀਂ ਹੋ ਸਕਦੀ ਜਾਂ ਹੋ ਸਕਦੀ ਹੈ, ਕੁਛ ਨਾ ਕੁਛ ਉਹਦੇ ਕੁਐਸਚਨ ਐਗਜ਼ਾਮੀਨਰ ਪੁੱਛੂਗਾ, ਤੁਹਾਨੂੰ ਆਪਣੇ ਪਤਾ ਲੱਗ ਜਾਣਾ, ਰਾਈਟ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਨੂੰ ਮੈਂ ਸਮਝਾਇਆ। ਸੋ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ, ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਲੱਗ ਗਿਆ ਨਾ। ਸੋ ਬਾਏ ਅਪਲਾਈਂਗ ਡਿਫਰੈਂਟ ਨੰਬਰ ਫਾਰਮੈਟਸ, ਆਪਾਂ ਚਾਹੇ ਜਰਨਲ ਤਾਂ ਚਲੋ ਕੋਈ ਵੀ ਸਪੈਸੀਫਿਕ ਫਾਰਮੈਟ ਹੈ ਹੀ ਨਹੀਂ ਉਹਦਾ, ਚਾਹੇ ਉਹਦੇ ਵਿੱਚ ਨੰਬਰ ਆ ਗਿਆ, ਪਰਸੈਂਟੇਜ ਆ ਗਿਆ, ਅਕਾਊਂਟਿੰਗ ਆ ਗਿਆ, ਕਰੰਸੀ ਆ ਗਿਆ, ਡੇਟ ਆ ਗਿਆ, ਟਾਈਮ ਆ ਗਿਆ, ਕੁਛ ਵੀ ਆ ਗਿਆ। ਸੋ ਡਿਫਰੈਂਟ ਨੰਬਰ ਫਾਰਮੈਟਸ ਤੁਸੀਂ ਯੂਜ਼ ਕੀਤੇ ਆ। ਵੀ ਕੈਨ ਚੇਂਜ ਦਾ ਅਪੀਅਰੈਂਸ ਆਫ ਏ ਨੰਬਰ, ਆਪਾਂ ਅਪੀਅਰੈਂਸ ਉਹਦੀ ਚੇਂਜ ਕਰ ਸਕਦੇ ਹਾਂ। ਕਰੰਸੀ ਆ ਤਾਂ ਉਹਦੇ ਮੂਹਰੇ ਕਰੰਸੀ ਆ ਜੂਗੀ, ਅਕਾਊਂਟਿੰਗ ਆ ਤਾਂ ਉਹਦੇ ਮੂਹਰੇ ਰੁਪਈਆ ਆ ਜੂਗਾ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਪਰਸੈਂਟੇਜ ਆ ਤਾਂ ਪਰਸੈਂਟੇਜ ਲੱਗ ਜੂਗਾ, ਤਾਂ ਉਸ ਤਰੀਕੇ ਦੇ ਨਾਲ ਨੰਬਰ ਆ ਤਾਂ ਉਹਦੇ ਦਸ਼ਮਲਵ ਲੱਗ ਜਾਣਗੇ, ਡੈਸੀਮਲ ਲੱਗ ਜਾਣਗੇ। ਸੋ ਆਪਾਂ ਅਪੀਅਰੈਂਸ ਚੇਂਜ ਕਰ ਸਕਦੇ ਹਾਂ
पर चेंज की नहीं हो सकता विदाउट चेंजिंग द नंबर इटसैल्फ, नंबर ਨੂੰ चेंज नहीं कर सकते। अ नंबर फॉर्मेट डज नॉट अफैक्ट द एक्चुअल सैल वैल्यू, तो सैल वैल्यू है जी एक्चुअल ਦੇ ਵਿੱਚ नहीं अफैक्ट करती, नहीं चेंज होती। दैट एक्सल यूजिज टू परफॉर्म कैलकुलेशनस, राइट। बहुत वधिया सौखे तरीके ਦੇ ਨਾਲ ਤੁਹਾਨੂੰ समझ लग गया होगा। द एक्चुअल वैल्यू इज डिस्पलेड इन द फार्मूला बार, तो जी एक्चुअल वैल्यू होंगी है कितने डिस्पले होंगी है फार्मूला बार ਦੇ ਵਿੱਚ, इत्थों क्वेश्चन पूछा जा सकता है। हुण ਤੁਹਾਨੂੰ लगता होगा कि यार ये तो बहुत सौखी चीज़ है कि आप प्रैक्टिकल क्यों नहीं किया। प्रॉब्लम की है, आप पढ़ते हैं ਜਿਹੜੇ पढ़ाने वाले वो भी ऐं पढ़ाई जाते हैं। सो मेरे हिसाब नाल जेकर तुसीं हजे भी मैनूं सुनन दे नाल प्रैक्टिकल कर लो तो बहुत वधिया। नहीं मैं प्रैक्टिकल करने की कोशिश ही की है क्योंकि मैं सारा प्रैक्टिकल किया है, उस तो बाद कल्ले कल्ले का स्क्रीनशॉट लिया तो तुहाडे सामने मैं पेश कर रहा हाँ। बहुत मेहनत लगती है, ये सिर्फ मेरे हिसाब नाल अद्धे घंटे का पौने घंटे का लैक्चर बन जूगा, उस तो भी घट का ही बनूगा, ठीक है ना। पर इहनूं परफॉर्म करन ते सारा कुछ सैट वैट करन ते 4 या 5 घंटे लगे, देख लो एक 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 लैसन नूं बनाउण वास्ते, ठीक है ना। सो बहुत चीज़ां होंदियां गईयां ਜਿਹੜੀਆਂ कि क्योंकि टीचर का काम की होंदा कि भी कल्ली कल्ली चीज़ ਨੂੰ थोड़ा ਜਿਹਾ एलैबोरेट करके थोड़ा ਜਿਹਾ ਉਹਨੂੰ इफैक्टिव ढंग ਦੇ ਨਾਲ ਤੁਹਾਨੂੰ ਸਮਝ ਲੱਗੇ, ਠੀਕ ਹੈ ਨਾ। ਚਲੋ ਘਰ ਛੱਡੋ ਉਹਨੂੰ ਗੱਲਾਂ ਨੂੰ। ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪ੍ਰੈਕਟੀਕਲ ਕਰਕੇ ਦੇਖ ਲਿਓ ਭਾਈ, ਜੇ ਕਰ ਸਕਦੇ ਹੋ, ਨਹੀਂ ਤੁਸੀਂ ਫਿਰ ਇਹਨਾਂ ਦਾ ਸਕਰੀਨਸ਼ਾਟ ਲੈ ਲਿਓ ਤਾਂ ਕਿ ਤੁਹਾਡੇ ਯਾਦ ਰਵੇ। ਜਦੋਂ ਪ੍ਰੈਕਟੀਕਲ ਯਾਦ ਰਹੂਗਾ ਤਾਂ ਸਾਰਾ ਕੁਝ ਤੁਹਾਡੇ ਹੋ ਜਾਊਗਾ, ਠੀਕ ਹੈ। ਸੋ ਕਹਿਣ ਦਾ ਮਤਲਬ ਜਿਹੜੀ ਵੈਲਿਊ ਹੈ ਉਹ ਚੇਂਜ ਨਹੀਂ ਹੋਣੀ, ਚਾਹੇ ਤੁਸੀਂ ਪਰਸੈਂਟੇਜ ਲਾ ਲਓ, ਡੇਟਸ ਲਾ ਲਓ, ਕਰੰਸੀ ਲਾ ਲਓ, ਡਿਸਪਲੇ ਕੋਈ ਵੀ ਨੰਬਰ ਕਰ ਸਕਦੇ ਹੋ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਸਾਰਾ ਕੁਝ ਸਮਝ ਲੱਗ ਗਿਆ ਹੋਊਗਾ ਭਾਈ। सो इस तो बाद आप आ जाइए कंडीशनल फॉर्मेटिंग ते। हाँ हुण कंडीशनल फॉर्मेटिंग की है, ठीक है। सो पहली गल तो तुहानूं यही पता होना चाहिए कि कंडीशनल फॉर्मेटिंग का मतलब की है, ठीक है। सो कंडीशनल फॉर्मेटिंग एक टूल है MS एक्सेल दे विच की अलाउ करदा, दैट अलाउज अप्लाइंग फॉर्मेट्स टू ए सैल और रेंज ऑफ सैल। इट ऑल्सो अलाउज फॉर्मेटिंग चेंज डिपेंडिंग ऑन द वैल्यू। की पढ़ रहे हैं आप, नहीं समझ लग रही ना, देखो आप करते हैं प्रैक्टिकल, फिर आप आपांगे अंग्रेजी ते, ठीक है। सो वारी वारी उही गल्लां। चलो खैर, तो आप किसी पर्टिकुलर आप कंडीशनल फॉर्मेटिंग की गल करते हैं तो आप जरनल तो अगे आ गए। हुण आपां तुहानूं जरनल तो बिल्कुल राइट साइड से तुहानूं कंडीशनल फॉर्मेटिंग दिख रही होगी, आप दिखा भी देंगे कंडीशनल फॉर्मेटिंग, ठीक है। कंडीशनल फॉर्मेटिंग नूं राइट क्लिक करोगे या कंडीशनल फॉर्मेटिंग नूं राइट क्लिक भी ना करो, कल्ला क्लिक कर लो, तुहानूं ग्रेटर दैन, लैस दैन, बिटवीन, इक्वल टू, टेक्सट टू, कंटेन्स जो भी है सारा कुछ तुहानूं लैटरन पैटर्न दिख जूगा, ठीक है। सो बेसिकली की है, मैं एक लिस्ट ऑफ स्टूडेंट्स जी बनाई है, वो रोल नंबर लिखते मैं 153, 45, 553, 100, 90, 325, चाहे मार्क्स भी लगा सकते हो, कुछ भी हो सकता है यानी कि, ठीक है ना। एक डेटा तैयार कर लिया तो मैं उस नूं सिलैक्ट कर लिया, ठीक है। जिवें आपां ई है तो ई नूं आपां सिलैक्ट कर लिया, पूरी लिस्ट नूं आपां सिलैक्ट कर लिया। सिलैक्ट किवें करना गा, पूरा इत्थे ई ते क्लिक कर दिओ, ठीक है ना। पूरी तुहाडी लिस्ट आ जिहड़ी वो सिलैक्ट हो जूगी। हुण पूरी लिस्ट जदों सिलैक्ट कर ली तो मैं फाइंड करना कि इहदे विचों 100 तो ज़्यादा किहड़े आ, ग्रेटर दैन 100 किन्ने नंबर है, ठीक है, वो तुहाडे हाईलाइट हो जाएंगे, ठीक है। ग्रेटर दैन कर लो, चाहे लैस दैन कर लो, चाहे बिटवीन इन्ने तो इन्ने तक कर लो, इक्वल टू कर लो भी 100 नंबर ये किन्ने आ, तो कुछ भी तुसीं फाइंड कर सकते हो। सन्ने भी तुहानूं सारे इत्थे परफॉर्म तुसीं करके देख सकते हो। आपां इहदे विच एक परफॉर्म कर लैंदे आ, ठीक है। सो ये नंबर मैं सिलैक्ट कर लिया, इन्हां दे विचों मैं नंबर लभणे आ भाई 100 दे उत्तों किन्ने आ। जिवें कि तुहानूं इत्थे जदों आपां करांगे ग्रेटर दैन ते क्लिक करांगे, जिहड़ा तुहानूं दिख रिहा है इत्थे ग्रेटर दैन तो जो आप क्लिक करता तो उस तो बाद डायलॉग बॉक्स खुलिया होगा। डायलॉग बॉक्स जो खुलूगा वो तो आ दिख रहा है। डायलॉग बॉक्स खुलूगा, उत्थे मैं 100 लिखता कि भाई 100 दे जेडे ग्रेटर दैन 100 तो मैनू नंबर शो हो जाए। उस तो बाद तुसीं कुछ भी कर सकते हो भी, यानी कि रंग वगैरह दस सकते हो भी रेड हो जाए, ब्लू हो जाए, येलो हो जाए, अलग अलग रंग होंगे जिवें कि तुहानूं दिख रहा है नीचे। जो मैं इस एरो ते क्लिक किया, इस एरो ते क्लिक किया तो उस तो बाद तुहानूं रंग वगैरह दस गए कि लाइट रैड हो जाए, लाइट रैड विद डार्क रैड, येलो फिल, ग्रीन फिल हो जाए, तो इस तरीके के कलर आ जाएंगे, तुसीं अपनी मर्जी नाल कर सकते हो, ठीक है। सो मैं 100 करता तो उस तो बाद मैं दबता भाई ओके, तो आ देखो तुहानूं शो हो गए नंबर, ठीक है ना। 153 आ गया, 553 आ गया, 325 आ गया, 121 आ गया, 101 आ गया, 109 आ गया, तो 100 तो सारे उत्ते आ गए। ग्रेटर दैन 100 का मतलब की हुंदा गा 100 तो उत्ते, 100 नहीं तुसीं कहोगे भी 100 क्यों नहीं आया, 100 नहीं आऊगा, ग्रेटर दैन 100 तो उत्ते, ठीक है ना। चाहे 101 है, चाहे 100.4 भी होंदा, पॉइंट दे विच भी होंदा तां भी आ जांदा, ठीक है ना। सो कहण दा मतलब ये आपां 100 तो उत्ते कढ लए। सो ये आ तुहाडा कंडीशनल फॉर्मेटिंग, आपां कंडीशनस लाउणे आ, ठीक है। सो ग्रेटर दैन, लैस दैन, बिटवीन, इक्वल टू, जिन्नियां भी है सारियां कंडीशनिंग है, ठीक है ना, कंडीशनस है। आपां इन्हां नूं कंडीशन लाउणे आ तां ओह परफॉर्म करदे कंडीशनिंग फॉर्मेटिंग
ਇਹ ਹੈ, ਠੀਕ ਹੈ ਨਾ। ਸੋ ਪੁੱਛਿਆ ਜਾ ਸਕਦਾ ਕਿ ਜੇਕਰ ਆਪਾਂ ਗ੍ਰੇਟਰ ਦੈਨ 100 ਲੱਭਣਾ ਹੋਵੇ ਤਾਂ ਕਿਹੜੇ ਫਾਰਮੈਟ ਦੇ ਵਿੱਚ ਜਾਵਾਂਗੇ, ਕੰਡੀਸ਼ਨਿੰਗ ਫਾਰਮੈਟ ਦੇ ਵਿੱਚ ਜਾਵਾਂਗੇ, ਕੰਡੀਸ਼ਨਲ ਫਾਰਮੈਟ ਦੇ ਵਿੱਚ ਜਾਵਾਂਗੇ। ਸੋ ਕੰਡੀਸ਼ਨਲ ਹੁਣ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਵੀ ਸਮਝ ਲੱਗ ਜੂਗਾ ਪੂਰੀ ਚੰਗੀ ਤਰ੍ਹਾਂ। ਸੋ ਕੰਡੀਸ਼ਨਲ ਫਾਰਮੈਟਿੰਗ ਕੀ ਹੈ, ਇੱਕ ਟੂਲ ਹੈ MS Excel ਦੇ ਵਿੱਚ ਜਿਹੜਾ ਅਲਾਓ ਕਰਦਾ ਅਪਲਾਈਂਗ ਫਾਰਮੈਟਸ ਆਪਾਂ ਅਪਲਾਈ ਕਰਦੇ ਹਾਂ ਟੂ ਅ ਸੈੱਲ ਔਰ ਰੇਂਜ ਆਫ ਸੈੱਲਸ। ਜਿਹੜੀ ਮੈਂ ਤੁਹਾਨੂੰ E ਦੀ ਪੂਰੀ ਰੇਂਜ ਦਿਖਾਈ ਹੈ, ਪੂਰੀ ਲਿਸਟ ਦਿਖਾਈ ਹੈ, ਉਸ ਨੂੰ ਅਲਾਓ ਕਰਦਾ ਗਾ। ਇਟ ਆਲਸੋ ਅਲਾਉਜ਼ ਫਾਰਮੈਟਿੰਗ ਚੇਂਜ ਡਿਪੈਂਡਿੰਗ ਔਨ ਦਾ ਵੈਲਿਊ ਆਫ ਦਾ ਸੈੱਲ ਔਰ ਦਾ ਵੈਲਿਊ ਆਫ ਫਾਰਮੂਲਾ। ਜਿਵੇਂ ਕਿ ਆਪਾਂ ਐਗਜ਼ਾਮਪਲ ਲਈ ਹੈ ਕਿ ਯੂ ਕੈਨ ਹੈਵ ਅ ਸੈੱਲ ਅਪੀਅਰ ਬੋਲਡ ਓਨਲੀ ਵੈਨ ਦਾ ਵੈਲਿਊ ਆਫ ਸੈੱਲ ਇਜ਼ ਗ੍ਰੇਟਰ ਦੈਨ 100, ਤਾਂ 100 ਤੋਂ ਉੱਤੇ ਤੁਹਾਨੂੰ ਸਾਰਾ ਉਹ ਸ਼ੋ ਹੋ ਜਾਊਗਾ। ਕੰਡੀਸ਼ਨਲ ਫਾਰਮੈਟਿੰਗ ਇਨ ਐਕਸਲ ਅਨੇਬਲਸ ਟੂ ਯੂ ਹਾਈਲਾਈਟ ਸੈਲਸ ਵਿਦ ਅ ਸਰਟੇਨ ਕਲਰ, ਕੋਈ ਵੀ ਸਰਟੇਨ ਤੁਸੀਂ ਲੈ ਸਕਦੇ ਹੋ ਡਿਪੈਂਡਿੰਗ ਦਾ ਸੈਲਸ ਵੈਲਿਊ। ਕੰਡੀਸ਼ਨਲ ਫਾਰਮੈਟਿੰਗ ਅਪਲਾਈਜ਼ ਵਨ ਔਰ ਮੋਰ ਰੂਲਸ ਟੂ ਐਨੀ ਸੈੱਲ ਯੂ ਵਾਂਟ, ਰਾਈਟ। ਸੋ ਸਾਰਾ ਕੁਝ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ। ਸੋ ਇਹ ਪਰਫਾਰਮ ਕਰਕੇ ਤੁਸੀਂ ਦੇਖ ਸਕਦੇ ਹੋ, ਰਾਈਟ। ਇਸ ਤੋਂ ਬਾਅਦ ਆ ਗਿਆ ਫਾਰਮੈਟਿੰਗ ਐਜ਼ ਟੇਬਲ। ਸੋ ਹੁਣ ਆਪਾਂ ਟੇਬਲ ਕ੍ਰੀਏਟ ਕਰਨਾ ਗਾ। ਸੋ ਬਹੁਤ ਹੀ ਇੰਪੋਰਟੈਂਟ ਹੈ ਟੇਬਲ ਵੀ, ਠੀਕ ਹੈ ਨਾ। ਸੋ ਇਹ ਤੁਹਾਡੇ ਕੰਮ ਆਊਗਾ, ਕਈ ਵਾਰੀ ਹਾਈ ਕੋਰਟ ਦਾ ਪੇਪਰ ਉੱਥੇ ਤੁਹਾਨੂੰ ਪਰਫਾਰਮ ਕਰਨ ਨੂੰ ਵੀ ਦਿੱਤਾ ਜਾਂਦਾ ਗਾ, ਉਹਨਾਂ ਵਾਸਤੇ ਵੀ ਇਹ ਸਾਰਾ ਕੁਝ ਇੰਪੋਰਟੈਂਟ ਬਣਦਾ ਗਾ। ਸੋ ਫਾਰਮੈਟਿੰਗ ਐਜ਼ ਏ ਟੇਬਲ, ਠੀਕ ਹੈ। ਸੋ ਵਨਸ ਵੀ ਹੈਵ ਐਂਟਰਡ ਇਨਫੋਰਮੇਸ਼ਨ ਇਨਟੂ ਅ ਸਪਰੈਡ ਸ਼ੀਟ 'ਤੇ ਆਪਾਂ ਜਦੋਂ ਕੋਈ ਵੀ ਇਨਫੋਰਮੇਸ਼ਨ ਐਂਟਰ ਕਰਦੇ ਹਾਂ, ਵੀ ਕੈਨ ਫਾਰਮੈਟ ਕਰਦੇ ਹਾਂ। ਫਾਰਮੈਟਿੰਗ ਕੈਨ ਨਾਟ ਓਨਲੀ ਇੰਪਰੂਵ ਦਾ ਲੁੱਕ ਆਫ ਦਾ ਸਪਰੈਡ ਸ਼ੀਟ, ਸਿਰਫ ਉਹਦੀ ਜਿਹੜੀ ਲੁੱਕ ਆ ਉਸੇ ਨੂੰ ਨਹੀਂ ਕਰਦੀ, ਬਲਕਿ ਆਪਣਾ ਜਿਹੜਾ ਇਹਨੂੰ ਯੂਜ਼ ਕਰਨ ਦੇ ਤਰੀਕੇ ਨੂੰ ਉਹਨੂੰ ਵੀ ਈਜ਼ੀ ਕਰ ਦਿੰਦੇ। ਯਾਨੀ ਕਿ ਕਹਿਣ ਦਾ ਮਤਲਬ ਲੁੱਕ ਦੇ ਨਾਲ ਨਾਲ ਉਹਨੂੰ ਯੂਜ਼ ਕਰਨਾ ਵੀ ਸੌਖਾ ਹੋ ਜਾਂਦਾ ਜਦੋਂ ਆਪਾਂ ਟੇਬਲ ਕ੍ਰੀਏਟ ਕਰ ਲੈਂਦੇ ਹਾਂ। ਆਪਾਂ ਨੂੰ ਟੇਬਲ ਕ੍ਰੀਏਟ ਕਰਦੇ ਹਾਂ, ਫਿਰ ਆਪਾਂ ਇਸੇ ਇੰਗਲਿਸ਼ 'ਤੇ ਆਉਣਾ, ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜੂਗਾ। ਜਿਵੇਂ ਕਿ ਤੁਹਾਨੂੰ ਆਪਾਂ ਕੰਡੀਸ਼ਨਲ ਫਾਰਮੈਟਿੰਗ ਤੱਕ ਲੈ ਗਏ, ਆਪਾਂ ਕੰਡੀਸ਼ਨਲ ਫਾਰਮੈਟਿੰਗ ਤੋਂ ਬਾਅਦ ਚੱਲਦੇ ਹਾਂ ਫਾਰਮੈਟ ਟੇਬਲ 'ਤੇ, ਕਿਉਂਕਿ ਟੇਬਲ ਕ੍ਰੀਏਟ ਕਰਨਾ ਗਾ ਤਾਂ ਆਪਾਂ ਫਾਰਮੈਟ ਟੇਬਲ 'ਤੇ ਚੱਲਦੇ ਹਾਂ। ਤਾਂ ਜਦੋਂ ਤੁਸੀਂ ਫਾਰਮੈਟ ਟੇਬਲ 'ਤੇ ਕਲਿੱਕ ਕੀਤਾ, ਜਿਹੜੇ ਕਿ ਤੁਹਾਨੂੰ ਸਾਰੇ ਟੇਬਲ ਦਿਸ ਜਾਣਗੇ। ਤੁਸੀਂ ਕੋਈ ਵੀ ਰੰਗ ਵਗੈਰਾ ਕਰ ਸਕਦੇ ਹੋ, ਤੁਸੀਂ ਕਿਸੇ ਵੀ ਤਰੀਕੇ ਦਾ ਟੇਬਲ ਬਣਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋਵੇ। ਅਲੱਗ-ਅਲੱਗ ਵੀ ਕਰਕੇ ਦੇਖ ਸਕਦੇ ਹੋ, ਜਿਹੜਾ ਉਹਨਾਂ ਦੇ ਵਿੱਚ ਪਸੰਦ ਆ ਉਹਨੂੰ ਸਿਲੈਕਟ ਕਰ ਲਓ, ਠੀਕ ਹੈ ਨਾ। ਸੋ ਇਹ ਅਲੱਗ-ਅਲੱਗ ਤੁਹਾਨੂੰ ਜਿਹੜੇ ਟੇਬਲ ਆ ਉਹ ਤੁਹਾਨੂੰ ਦਿਸ ਚੁੱਕੇ ਨੇ ਭਾਈ। ਆਪਾਂ ਪੂਰੇ ਜਿਹੜਾ ਲਿਸਟ ਆਫ ਸਟੂਡੈਂਟਸ ਬਣਾਇਆ ਹੈਗਾ, ਨੇਮ, ਰੋਲ ਨੰਬਰ, ਨੇਮ ਆਫ ਫਾਦਰ, ਕੰਡੀਸ਼ਨਲ ਜੋ ਵੀ ਆ, ਆਪਾਂ ਸਾਰਾ ਸਿਲੈਕਟ ਕਰ ਲਿਆ, ਠੀਕ ਹੈ ਨਾ। ਸਾਰਾ ਸਿਲੈਕਟ ਕਰ ਲਿਆ। ਮੈਂ ਇੰਨਾ ਟੇਬਲ ਬਣਾਉਣਾ ਗਾ। ਆਪਾਂ ਪੂਰਾ ਸੈੱਲ ਦੀ ਜਿਹੜੀ ਰੇਂਜ ਆ, ਯਾਨੀ ਕਿ ਉਹਨੂੰ ਪੂਰੀ ਰੇਂਜ ਨੂੰ ਬਣਾ ਲਿਆ ਕਿ ਮੈਨੂੰ C ਤੋਂ ਲੈ ਕੇ I ਤੱਕ ਪੂਰੀ ਰੇਂਜ ਚਾਹੀਦੀ ਆ, ਜਾਂ ਮੈਨੂੰ ਯਾਨੀ ਕਿ 4 ਤੋਂ ਲੈ ਕੇ 19 ਤੱਕ ਜਾਂ 20 ਤੱਕ ਜਿੱਥੋਂ ਤੱਕ ਵੀ ਹੈਗਾ ਇਹ ਰੇਂਜ, ਅਤੇ ਇੱਥੋਂ ਤੱਕ ਮੈਂ ਪੂਰਾ ਡੱਬਾ ਸਿਲੈਕਟ ਕਰ ਲਿਆ ਕਿ ਮੈਨੂੰ ਟੇਬਲ ਚਾਹੀਦਾ ਭਾਈ। ਤਾਂ ਜਦੋਂ ਮੈਂ ਫਾਰਮੈਟ ਟੇਬਲ 'ਤੇ ਗਿਆ, ਉਸ 'ਤੇ ਸਿਲੈਕਟ ਕੀਤਾ ਤਾਂ ਆਹ ਟੇਬਲ ਮੇਰੇ ਕੋਲ ਨਿਕਲ ਕੇ ਆ ਗਏ। ਤਾਂ ਇੱਥੋਂ ਮੈਂ ਕੋਈ ਵੀ ਟੇਬਲ ਸਿਲੈਕਟ ਕੀਤਾ ਅਤੇ ਉਸ ਤੋਂ ਬਾਅਦ ਜਾਦੂ ਹੋਊਗਾ, ਇੱਕ ਡਾਇਲੋਗ ਬਾਕਸ ਖੁੱਲੂਗਾ, ਠੀਕ ਹੈ ਨਾ। ਸੋ ਡਾਇਲੋਗ ਬਾਕਸ ਖੁੱਲੂਗਾ ਜਿਹੜਾ ਕਿ ਫਾਰਮੈਟ ਐਜ਼ ਟੇਬਲ ਹੋਊਗਾ। ਉੱਥੇ ਤੁਹਾਨੂੰ ਰੇਂਜ ਹੈ ਜਿਹੜੀ ਉਹ ਲਿਖੀ ਆ ਜੂਗੀ। ਇਹ ਰੇਂਜ ਕਿਹੜੀ ਲਿਖੀ ਆਈ ਹੈ, ਜਿਵੇਂ ਕਿ $C $4, ਠੀਕ ਹੈ। ਉਸ ਤੋਂ ਬਾਅਦ $I ਆ ਗਿਆ, $19। ਇਹ ਕਿਹੜੀ ਰੇਂਜ ਆਈ ਹੈ, ਜਿਹੜੀ ਆਪਾਂ ਆਲਰੇਡੀ ਸਿਲੈਕਟ ਕੀਤੀ ਹੋਈ ਹੈ। ਦੇਖੋ ਇੱਥੋਂ C ਤੋਂ ਲੈ ਕੇ I ਤੱਕ ਤਾਂ ਤੁਹਾਨੂੰ ਇੱਥੇ ਉਹੀ ਦਿਸੂਗਾ, ਠੀਕ ਹੈ ਨਾ। ਇੱਧਰ $C ਆ ਗਿਆ, ਉੱਧਰ ਆ ਗਿਆ ਤੁਹਾਡਾ I, ਠੀਕ ਹੈ। ਇੱਧਰ 4 ਤੋਂ ਲੈ ਕੇ ਤੁਹਾਡਾ ਕਿੱਥੋਂ ਤੱਕ 19 ਤੱਕ ਹੈ, ਅਤੇ ਤੁਹਾਨੂੰ ਇੱਥੇ 4 ਤੋਂ ਲੈ ਕੇ 19 ਤੱਕ ਆ ਗਿਆ। ਇਹਨੂੰ ਲਿਖਣ ਦਾ ਢੰਗ ਹੈ ਇਹ, ਕਈ ਵਾਰੀ ਲਿਖਣ ਦੇ ਢੰਗ ਤੋਂ ਵੀ ਪੁੱਛ ਲਿਆ ਜਾਂਦਾ ਵੀ ਜੇਕਰ ਤੁਸੀਂ ਇੰਨੀ ਰੇਂਜ ਕਰਨੀ ਹੋਵੇ 4 ਤੋਂ ਲੈ ਕੇ 9 ਤੱਕ ਕਾਲਮ ਹੈ ਜੋ ਵੀ ਹੈ ਰੋ ਵਗੈਰਾ, ਤਾਂ ਤੁਹਾਨੂੰ ਉਹ ਪੁੱਛ ਲਿਆ ਜਾਂਦਾ ਹੁੰਦਾ ਵੀ ਇਹਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ MS Excel ਦੇ ਵਿੱਚ। ਤਾਂ ਤੁਸੀਂ ਉੱਥੇ ਆਪਸ਼ਨ ਹੋਣਗੇ, ਤੁਸੀਂ ਉਹਨਾਂ ਨੂੰ ਕਲਿੱਕ ਕਰ ਸਕਦੇ ਹੋ, ਸਿਲੈਕਟ ਕਰ ਸਕਦੇ ਹੋ, ਠੀਕ ਹੈ। ਸੋ ਆਲਰੇਡੀ ਆ ਗਈ। ਇੱਥੇ ਤੁਸੀਂ ਚੇਂਜ ਵੀ ਕਰ ਸਕਦੇ ਹੋ, ਜੇਕਰ ਤੁਸੀਂ 20 ਤੱਕ ਜਾਣਾ, 25 ਤੱਕ ਜਾਣਾ, ਜਾਂ D ਤੋਂ ਲੈ ਕੇ ਕਰਨਾ ਗਾ, ਜਾਂ A ਤੋਂ ਲੈ ਕੇ ਟੇਬਲ ਬਣਾਉਣਾ ਗਾ, ਤਾਂ ਤੁਸੀਂ ਕੁਝ ਵੀ ਐਡਿਟ ਕਰ ਸਕਦੇ ਹੋ। ਬਟ ਆਪਾਂ ਐਡਿਟ ਨਹੀਂ ਕੀਤਾ ਕਿਉਂਕਿ ਆਪਾਂ ਆਲਰੇਡੀ ਸਿਲੈਕਟ ਕਰ ਚੁੱਕੇ ਹਾਂ ਵੀ ਇੰਨਾ ਮੈਂ ਟੇਬਲ ਬਣਾਉਣਾ। ਸੋ ਮੈਂ ਓਕੇ 'ਤੇ ਕਲਿੱਕ ਕਰ ਦੂੰਗਾ। ਆਪਾਂ ਕਰਤਾ ਓਕੇ 'ਤੇ ਕਲਿੱਕ। ਸੋ ਫਿਰ ਹੋਇਆ ਜਾਦੂ ਟੇਬਲ ਦਾ। ਸੋ ਬਣ ਗਿਆ ਤੁਹਾਡੇ ਸਾਹਮਣੇ ਟੇਬਲ C ਤੋਂ ਲੈ ਕੇ I ਤੱਕ ਦੀ ਰੇਂਜ ਦਾ, ਠੀਕ ਹੈ। ਸੋ ਆਹ ਦੇਖੋ ਟੇਬਲ ਤੁਹਾਡੇ ਕੋਲ ਬਣ ਗਿਆ, ਕਾਲਮ 1 ਕਾਲਮ 2 ਜੋ ਵੀ ਹੈ, ਠੀਕ ਹੈ। 7 ਕਾਲਮ ਆਪਾਂ ਬਣਾ ਲਏ, ਅਤੇ ਰੋਜ਼ ਆ ਤੁਹਾਡੀਆਂ ਜਿਹੜੀਆਂ ਉਹ ਵੀ ਕਿਵੇਂ ਵੰਡਰਫੁਲ ਤਰੀਕੇ ਦੇ ਨਾਲ ਤੁਹਾਨੂੰ ਸ਼ੋ ਹੋ ਰਿਹਾ ਸਾਰਾ ਕੁਝ, ਠੀਕ ਹੈ। ਸੋ ਇਹਨੂੰ ਕਹਿੰਦੇ ਆਪਾਂ ਫਾਰਮੈਟ ਟੇਬਲ। ਸੋ ਬਹੁਤ ਵਧੀਆ ਢੰਗ ਦੇ ਨਾਲ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਹੁਣ ਆਪਾਂ ਜਸਟ ਇੰਗਲਿਸ਼ 'ਤੇ ਆਉਣੇ ਆ। Just like regular formatting, tables can help to organize our content and make it easier for us to find the information we need. ਜਿਹੜੀ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਉਹਨੂੰ ਲੱਭਣ ਦੇ ਵਿੱਚ ਆਸਾਨੀ ਹੋ ਜੂ ਭਾਈ, ਬਹੁਤ ਹੀ ਸੌਖੇ ਢੰਗ ਦੇ ਨਾਲ। To use tables effectively, we all need to know how to format information as a table, modify tables and apply table styles। ਆਪਾਂ ਨੂੰ ਪਤਾ ਹੋਣਾ ਚਾਹੀਦਾ ਗਾ, ਜਿਹੜਾ ਕਿ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਆਪਾਂ ਇਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਸੋ ਟੇਬਲ ਤੁਸੀਂ ਘਰੇ ਬੈਠੇ ਤਿਆਰ ਕਰ ਸਕਦੇ ਹੋ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ, ਰਾਈਟ। ਸੋ ਹੁਣ ਆਪਾਂ ਆ ਜਾਂਦੇ ਭਾਈ ਗਾਹਾਂ ਸੈੱਲ ਗਰੁੱਪ ਦੇ ਵਿੱਚ। ਹੁਣ ਸੈੱਲ ਗਰੁੱਪ ਕੀ ਹੁੰਦਾ ਗਾ? ਸੋ ਇਫ ਵੀ ਨੀਡ ਟੂ ਐਡ ਨਿਊ ਡੇਟਾ ਵਿਦਿਨ
an existing worksheet we need to enter blank cells so we can insert new cells columns or rows in the worksheet। ਕਹਿਣ ਦਾ ਮਤਲਬ ਜੇਕਰ ਤੁਸੀਂ ਮੰਨ ਲਓ ਕੋਈ ਡਾਟਾ ਬਣਾ ਲਿਆ, ਜਿਵੇਂ ਕਿ ਇੱਥੇ ਆਪਾਂ ਨੇਮ ਹੈ, ਰੋਲ ਨੰਬਰ ਹੈ, ਕਲਾਸ ਹੈ, ਪੋਜੀਸ਼ਨ ਹੈ, ਮੰਨ ਲਓ ਮੈਂ ਰੋਲ ਨੰਬਰ ਤੋਂ ਅੱਗੇ ਕੁਝ ਲਿਖਣਾ ਗਾ, ਠੀਕ ਹੈ, ਪਰ ਆਪਾਂ ਨੂੰ ਸਪੇਸ ਤਾਂ ਇੱਥੇ ਹੈ ਨਹੀਂ ਕਿਉਂਕਿ ਆਪਾਂ ਲਿਖਤਾ ਨਹੀਂ, ਮੈਨੂੰ ਸਾਰਾ ਚੇਂਜ ਕਰਨਾ ਪੈਣਾ। ਤਾਂ ਆਪਾਂ ਕੋਈ ਵੀ ਕਾਲਮ ਜਾਂ ਰੋ ਆਪਾਂ ਐਡ ਕਰਨੀ ਹੋਵੇ ਤਾਂ ਉਹਨੂੰ ਆਪਾਂ ਪਰਟੀਕੂਲਰ ਸੈੱਲ ਗਰੁੱਪ ਦੇ ਵਿੱਚ ਜਾ ਕੇ ਐਡ ਕਰ ਸਕਦੇ ਹਾਂ ਨਵੇਂ ਨੂੰ। ਹੁਣ ਆਪਾਂ ਐਡ ਕਰਕੇ ਦੇਖ ਵੀ ਲੈਂਦੇ ਹਾਂ। ਹੁਣ ਕਿਵੇਂ ਐਡ ਕਰਾਂਗੇ, ਤੁਹਾਨੂੰ ਆਪਾਂ ਪਹੁੰਚ ਗਏ ਫਾਰਮੈਟ ਟੇਬਲ ਤੱਕ, ਠੀਕ ਹੈ। ਹੁਣ ਆਪਾਂ ਆ ਜਾਣੇ ਇਨਸਰਟ 'ਤੇ, ਤਾਂ ਜਦੋਂ ਆਪਾਂ ਇਨਸਰਟ ਕਰਾਂਗੇ ਤਾਂ ਉੱਥੇ ਸੈੱਲ ਗਰੁੱਪ ਨਿਕਲ ਕੇ ਆ ਜਾਊਗਾ, ਜਿਵੇਂ ਕਿ ਆ ਤੁਹਾਡੇ ਸਾਹਮਣੇ ਆ ਗਿਆ। ਤਾਂ ਮੈਂ ਇਨਸਰਟ ਕੀਤਾ, ਤਾਂ ਇਨਸਰਟ ਜਦੋਂ ਕਰਾਂਗੇ ਪਹਿਲਾਂ ਆਪਾਂ ਨੂੰ ਸਿਲੈਕਟ ਕਰਨਾ ਪੈਣਾ ਵੀ ਆਪਾਂ ਨੂੰ ਕਿਹਦੇ ਅੱਗੇ ਚਾਹੀਦਾ ਗਾ ਜਾਂ ਪਿੱਛੇ ਚਾਹੀਦਾ ਗਾ, ਕੁਛ ਵੀ ਆ। ਤਾਂ ਆਪਾਂ ਰੋਲ ਨੰਬਰ ਨੂੰ ਸਿਲੈਕਟ ਕਰ ਲਿਆ, ਤੇ ਆਲਰੇਡੀ ਸਿਲੈਕਟ ਹੈ। ਉਸ ਤੋਂ ਬਾਅਦ ਮੈਂ ਇਨਸਰਟ ਕੀਤਾ, ਇਨਸਰਟ ਕਰਕੇ ਤਾਂ ਇਨਸਰਟ ਜਦੋਂ ਕੀਤਾ ਤਾਂ ਆ ਤੁਹਾਡੇ ਸਾਹਮਣੇ ਇੱਕ ਡਾਇਲੋਗ ਬਾਕਸ ਖੁੱਲ੍ਹ ਕੇ ਆ ਗਿਆ, ਜਿੱਥੇ ਤੁਹਾਡਾ ਆ ਗਿਆ ਵੀ ਸੈੱਲ ਨੂੰ ਰਾਈਟ ਸ਼ਿਫਟ ਕਰਨਾ। ਜੇਕਰ ਰਾਈਟ ਸ਼ਿਫਟ ਕਰੋਗੇ ਤਾਂ ਉਹਦੇ ਅੱਗੇ ਯਾਨੀ ਕਿ ਤੁਹਾਡੀ ਸਪੇਸ ਬਣ ਜੂਗੀ। ਮੈਂ ਰਾਈਟ ਕਰਤਾ, ਠੀਕ ਹੈ ਨਾ। ਤਾਂ ਦੇਖੋ ਆ ਤੁਹਾਡੇ ਸਾਹਮਣੇ ਸੈੱਲ ਆ ਜਿਹੜਾ ਰਾਈਟ ਕਰੀ ਚਲਿਆ ਗਿਆ, ਤੇ ਅੱਗੇ ਤੁਹਾਡਾ ਇੱਕ ਸੈੱਲ ਕ੍ਰੀਏਟ ਹੋ ਕੇ ਆ ਗਿਆ ਤੁਹਾਡੇ ਸਾਹਮਣੇ, ਇੱਕ ਪੂਰਾ ਯਾਨੀ ਕਿ ਉਹ ਆ ਗਿਆ, ਠੀਕ ਹੈ ਨਾ, ਪੂਰੀ ਰੋ ਕਾਲਮ ਆ ਗਈ, ਠੀਕ ਹੈ, ਕਾਲਮ ਆ ਗਿਆ, ਠੀਕ ਹੈ। ਸੋ ਬੇਸਿਕਲੀ ਤੁਸੀਂ ਇੰਟਾਇਰ ਕਾਲਮ ਨੂੰ ਵੀ ਕਰ ਸਕਦੇ ਹੋ, ਇੰਟਾਇਰ ਰੋ ਨੂੰ ਵੀ ਕਰ ਸਕਦੇ ਹੋ, ਸ਼ਿਫਟ ਸੈਲਸ ਡਾਊਨ ਵੀ ਕਰ ਸਕਦੇ ਹੋ, ਥੱਲੇ ਵੀ ਹੋ ਜਾਊਗਾ। ਚਲੋ ਤੁਹਾਨੂੰ ਐਂ ਲੱਗਦਾ ਹੋਊਗਾ ਵੀ ਸਰ ਨੇ ਤਾਂ ਵੈਸੇ ਇੱਕ ਪਰਫਾਰਮ ਹੀ ਕਰਤਾ, ਆਪਾਂ ਇੱਕ ਹੋਰ ਪਰਫਾਰਮ ਕਰਕੇ ਵੇਖ ਲੈਂਦੇ ਹਾਂ। ਉਹ ਤੁਹਾਡੇ ਸਾਹਮਣੇ ਆ ਗਿਆ ਭਾਈ ਇੰਟਾਇਰ ਕਾਲਮ। ਤਾਂ ਜਦੋਂ ਮੈਂ ਇੰਟਾਇਰ ਕਾਲਮ ਕੀਤਾ ਤਾਂ ਦੇਖੋ ਇਹ ਨੀਚੇ ਆ ਗਿਆ, ਠੀਕ ਹੈ, ਪਹਿਲਾਂ ਉੱਪਰ ਸੀਗਾ ਤਾਂ ਇਹ ਸਾਰਾ ਹੀ ਨੀਚੇ ਆ ਗਿਆ, ਇੱਕ ਪੂਰਾ ਯਾਨੀ ਕਿ ਕ੍ਰੀਏਟ ਹੋ ਗਿਆ ਇੰਟਾਇਰ ਕਾਲਮ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇੰਟਾਇਰ ਕਾਲਮ, ਇੰਟਾਇਰ ਰੋ ਵੀ ਕਰ ਸਕਦੇ ਹੋ, ਸ਼ਿਫਟ ਰਾਈਟ ਵੀ ਕਰ ਸਕਦੇ ਹੋ, ਸ਼ਿਫਟ ਲੈਫਟ ਵੀ ਕਰ ਸਕਦੇ ਹੋ। ਸੋ ਇਹ ਕਮਾਲ ਹੈਗਾ ਸੈੱਲ ਗਰੁੱਪ ਦਾ। ਸੋ ਬੇਸਿਕਲੀ ਜੇਕਰ ਆਪਾਂ ਨੂੰ ਨਿਊ ਡੇਟਾ ਵਗੈਰਾ ਚਾਹੀਦਾ ਗਾ ਐਗਜ਼ਿਸਟਿੰਗ ਵਰਕਸ਼ੀਟ 'ਤੇ ਤਾਂ ਆਪਾਂ ਸੈੱਲ ਗਰੁੱਪ ਨੂੰ ਯੂਜ਼ ਕਰਦੇ ਹਾਂ। ਇਹ ਕੁਐਸਚਨ ਸਿੱਧਾ ਡਾਇਰੈਕਟ ਪੁੱਛਿਆ ਜਾ ਸਕਦਾ ਹੈ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਵੀ ਬਹੁਤ ਵਧੀਆ ਸਮਝ ਲੱਗ ਗਿਆ ਹੋਊਗਾ, ਤੁਸੀਂ ਬਹੁਤ ਇੰਟੈਲੀਜੈਂਟ ਹੋ, ਮੈਨੂੰ ਪਤਾ, ਠੀਕ ਹੈ। ਸ਼ਾਰਟਕਟ ਮੈਥਡ ਹੈ, ਤਾਂ ਸ਼ਾਰਟਕਟ ਮੈਥਡ ਉਹੀ ਆ ਵੀ ਸਿੱਧੀ ਜੀ ਗੱਲ ਹੈ, ਜਿਵੇਂ ਰੋਲ ਨੰਬਰ 'ਤੇ ਤੁਸੀਂ ਕਲਿੱਕ ਕਰ ਲਿਆ, ਰੋਲ ਨੰਬਰ 'ਤੇ ਤੁਸੀਂ ਕਲਿੱਕ ਲਾਇਆ, ਇਹ 'ਤੇ ਰਾਈਟ ਕਲਿੱਕ ਕਰ ਦਿਓ, ਰਾਈਟ ਕਲਿੱਕ 'ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਇੱਥੇ ਇਨਸਰਟ ਦਾ ਆਪਸ਼ਨ ਦਿਸੂਗਾ, ਇਨਸਰਟ ਦਿਸੂਗਾ ਤਾਂ ਤੁਸੀਂ ਉਹੀ ਡਾਇਲੋਗ ਬਾਕਸ 'ਤੇ ਪਹੁੰਚ ਜਾਓਗੇ ਜਿਹੜਾ ਆਪਾਂ ਉਸ ਇਨਸਰਟ ਤੋਂ ਜਾ ਕੇ ਪਹੁੰਚੇ ਸੀ। ਤਾਂ ਰਾਈਟ ਕਲਿੱਕ ਕਰਕੇ ਵੀ ਤੁਸੀਂ ਕਰ ਸਕਦੇ ਹੋ ਆਸਾਨ ਦੇ ਤਰੀਕੇ ਦੇ ਨਾਲ, ਰਾਈਟ। ਚਲੋ ਖੈਰ ਭਾਈ, ਇਸ ਤੋਂ ਬਾਅਦ ਆ ਗਿਆ ਜੀ ਹਾਊ ਟੂ ਇਨਸਰਟ ਨਿਊ ਵਰਕਸ਼ੀਟਸ। ਜੇਕਰ ਆਪਾਂ ਵਰਕਸ਼ੀਟ ਨਵੀਂ ਲੈ ਕੇ ਆਉਣੀ ਹੋਵੇ, ਜਿਵੇਂ ਇੱਕ ਆਪਣੇ ਕੋਲ ਡੱਬਾ ਖੁੱਲ੍ਹਿਆ ਸੀ, ਆਪਾਂ ਜਿਹੜਾ ਵਰਕਸ਼ੀਟ ਦਾ ਡੱਬਾ ਖੋਲ੍ਹਿਆ ਸੀ, ਠੀਕ ਹੈ, ਇਸ ਤਰੀਕੇ ਦੇ ਨਾਲ ਇੱਕ ਡੱਬਾ ਆਪਾਂ ਖੋਲ੍ਹਿਆ ਸੀ। ਮੰਨ ਲਓ ਤੁਹਾਨੂੰ ਸ਼ੀਟ ਨਵੀਂ ਬਣਾਉਣੀ ਆ, ਤਾਂ ਤੁਸੀਂ ਸ਼ੀਟ ਇੱਥੇ ਹੀ ਤੁਹਾਨੂੰ ਇੱਕ ਨਿਸ਼ਾਨ ਦਿਸੂਗਾ ਪਲੱਸ ਦਾ, ਤੁਸੀਂ ਉਸ 'ਤੇ ਕਲਿੱਕ ਕਰੋਗੇ, ਸ਼ੀਟ ਦੂਸਰੀ ਖੁੱਲ੍ਹ ਆਊਗੀ, ਫਿਰ ਸ਼ੀਟ ਤੀਸਰੀ ਖੁੱਲ੍ਹ ਆਊਗੀ, ਚੌਥੀ ਖੁੱਲ੍ਹ ਆਊਗੀ, ਪੰਜਵੀਂ ਖੁੱਲ੍ਹ ਆਊਗੀ, ਜਿੰਨਾ ਤੁਹਾਡਾ ਜੀ ਕਰਦਾ ਉਨੀ ਵਰਕਸ਼ੀਟ ਤੁਸੀਂ ਖੋਲ੍ਹ ਸਕਦੇ ਹੋ। ਜੇ ਮੰਨ ਲਓ ਤੁਸੀਂ ਡਿਲੀਟ ਕਰਨੀ ਆ, ਠੀਕ ਹੈ ਨਾ, ਇਨਸਰਟ ਤੋਂ ਬਾਅਦ ਡਿਲੀਟ ਕਰਨੀ ਆ ਤਾਂ ਤੁਸੀਂ ਡਿਲੀਟ ਵੀ ਕਰ ਸਕਦੇ ਹੋ, ਠੀਕ ਹੈ ਨਾ। ਸੋ ਡਿਲੀਟ ਇੱਥੇ ਤੁਸੀਂ ਦਬ ਦਿਓ, ਠੀਕ ਹੈ ਨਾ। ਸੋ ਡਿਲੀਟ ਵੀ ਹੋ ਜੂਗੀ, ਇੱਥੇ ਹੀ ਸਿਲੈਕਟ ਕਰਕੇ ਸ਼ੀਟ 'ਤੇ ਰਾਈਟ ਕਲਿੱਕ ਕਰ ਦੇਣਾ, ਡਿਲੀਟ ਹੋ ਜੂਗੀ, ਠੀਕ ਹੈ ਨਾ। ਸੋ ਇਨਸਰਟ ਵੀ ਕਰ ਸਕਦੇ ਹੋ ਵਰਕਸ਼ੀਟ ਨੂੰ, ਡਿਲੀਟ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਭਾਈ ਸੈੱਲ ਸਾਈਜ਼। ਕਈ ਵਾਰੀ ਆਪਾਂ ਨੂੰ ਸੈੱਲ ਦਾ ਸਾਈਜ਼ ਵਧਾਉਣਾ ਪੈ ਜਾਂਦਾ, ਜਿਵੇਂ ਕਿ ਤੁਹਾਨੂੰ ਕਾਲਮ ਦੇ ਵਿੱਚ ਇੱਥੇ ਦਿਸ ਰਿਹਾ ਹੈਗਾ ਸੈੱਲ ਦੇ ਵਿੱਚ ਸਤਿੰਦਰ ਸਰਤਾਜ, ਪਰ ਉੱਥੇ ਸਰਤਾਜ ਆ ਜਿਹੜਾ ਉਹ ਬਾਹਰ ਚਲਾ ਗਿਆ ਥੋੜ੍ਹਾ ਜਿਹਾ, ਠੀਕ ਹੈ ਨਾ। ਸੋ ਸਤਿੰਦਰ ਜਿਹੜਾ ਹੋ ਗਿਆ ਉਹ ਤੁਹਾਨੂੰ ਇੱਥੇ ਉਹਦੇ ਵਿੱਚ ਸੈੱਲ ਦੇ ਵਿੱਚ ਮਿਲ ਗਿਆ, ਠੀਕ ਹੈ। ਸੋ ਸਤਿੰਦਰ ਸਰਤਾਜ ਇਹ ਆਪਾਂ ਪੂਰਾ ਲੈ ਕੇ ਆਉਣਾ, ਯਾਨੀ ਕਿ ਆਪਾਂ ਨੂੰ ਸੈੱਲ ਦਾ ਜਿਹੜਾ ਸਾਈਜ਼ ਆ ਉਹ ਇਨਕਰੀਜ਼ ਕਰਨਾ ਪੈਣਾ। ਹੁਣ ਆਪਾਂ ਸੈੱਲ ਦਾ ਸਾਈਜ਼ ਇਨਕਰੀਜ਼ ਕਿਵੇਂ ਕਰਾਂਗੇ, ਤਾਂ ਸੈੱਲ ਦਾ ਸਾਈਜ਼ ਵੀ ਇਨਕਰੀਜ਼ ਕਰ ਦੇਣਾ, ਕਿੱਡੀ ਕੁ ਗੱਲ ਹੈ। ਤਾਂ ਹੁਣ ਆਪਾਂ ਜਦੋਂ ਇਨਸਰਟ ਤੱਕ ਪਹੁੰਚ ਗਏ, ਡਿਲੀਟ ਵੀ ਆਪਾਂ ਕਰ ਲਿਆ, ਤਾਂ ਆਪਾਂ ਫਾਰਮੈਟ 'ਤੇ ਪਹੁੰਚਾਂਗੇ, ਜਿਹੜਾ ਤੁਹਾਨੂੰ ਐਂਡ ਦੇ ਵਿੱਚ ਦਿਸ ਰਿਹਾ ਹੈਗਾ ਫਾਰਮੈਟ। ਤਾਂ ਫਾਰਮੈਟ ਚੇਂਜ ਕਰਨਾ ਪੈਣਾ ਸੈੱਲ ਦਾ, ਬੇਸਿਕਲੀ ਆਪਾਂ ਨੂੰ ਸੈੱਲ ਦਾ ਸਾਈਜ਼ ਇਨਕਰੀਜ਼ ਕਰਨਾ ਪੈਣਾ ਹੈਗਾ, ਠੀਕ ਹੈ। ਸੋ ਮੈਂ ਰਾਈਟ ਉੱਤੇ ਜਿਹੜਾ ਫਾਰਮੈਟ 'ਤੇ ਕਲਿੱਕ ਕੀਤਾ, ਅਤੇ ਉਸ ਤੋਂ ਬਾਅਦ ਤੁਹਾਡਾ ਸੈੱਲ ਸਾਈਜ਼ ਖੁੱਲ੍ਹਿਆ ਆ। ਇੱਥੇ ਤੁਸੀਂ ਰੋ ਦੀ ਹਾਈਟ ਇਨਕਰੀਜ਼ ਕਰ ਸਕਦੇ ਹੋ, ਠੀਕ ਹੈ ਨਾ, ਆਟੋ ਫਿਟ ਕਰ ਸਕਦੇ ਹੋ, ਕਾਲਮ ਵਿਡਥ ਇਨਕਰੀਜ਼ ਕਰ ਸਕਦੇ ਹੋ, ਡਿਫਾਲਟ ਵਿਡਥ ਜੋ ਵੀ ਆ, ਠੀਕ ਹੈ ਨਾ, ਤੁਸੀਂ ਸਾਰਾ ਕੁਝ ਭਾਈ ਕਰ ਸਕਦੇ ਹੋ। ਤਾਂ ਆਪਾਂ ਸੈੱਲ ਦਾ ਜਿਹੜਾ ਸਾਈਜ਼ ਆ ਉਹ ਬੇਸਿਕਲੀ ਇਨਕਰੀਜ਼ ਕਰਨਾਗਾ। ਸੋ ਆਪਾਂ ਸੈੱਲ ਦਾ ਸਾਈਜ਼ ਇਨਕਰੀਜ਼ ਕੀਤਾ ਤੇ ਕੀ ਨਿਕਲਿਆ ਤੁਹਾਡੇ ਸਾਹਮਣੇ ਦੇਖੋ, ਇੱਕ ਡਾਇਲੋਗ ਬਾਕਸ ਨਿਕਲਿਆ, ਸੈੱਲ ਦੀ ਵਿਡਥ ਕਾਲਮ ਦੀ ਵਿਡਥ ਇਹ ਤੁਹਾਡੇ ਕੋਲੇ ਨਿਕਲਿਆ। ਤਾਂ ਇੱਥੇ 8.11 ਜਿਹੜੀ ਪਹਿਲਾਂ ਜਿੱਥੇ ਇਹ ਤੁਹਾਨੂੰ ਦਿਸ ਰਿਹਾ ਸੀਗਾ, ਜਿੱਥੇ ਸਰਤਾਜ ਥੋੜ੍ਹਾ ਜਿਹਾ ਬਾਹਰ ਸੀਗਾ, ਤੇ ਉਸ ਤੋਂ ਬਾਅਦ ਆਪਾਂ ਕਾਲਮ ਵਿਡਥ ਆਪਾਂ ਇਨਕਰੀਜ਼ ਕੀਤੀ, ਮੈਂ 8.11 ਤੋਂ 12 ਕਰਤੀ, ਫਿਰ ਦੱਬ ਤਾਂ ਮੈਂ ਓਕੇ, ਤੇ ਉਸ ਤੋਂ ਬਾਅਦ ਸਤਿੰਦਰ ਸਰਤਾਜ ਜੀ ਆਪਣੇ ਪੂਰੇ ਸੈੱਲ ਦੇ ਵਿੱਚ ਆ ਚੁੱਕੇ ਨੇ, ਠੀਕ ਹੈ ਨਾ। ਬਹੁਤ ਹੀ ਵਧੀਆ ਗਾਇਕ ਆ, ਵੈਸੇ ਆਪਣੇ ਫੇਵਰੇਟ ਹੈ। ਸੋ ਕਹਿਣ ਦਾ ਮਤਲਬ ਪੂਰਾ ਸਤਿੰਦਰ ਸਰਤਾਜ ਜਿਹੜੇ ਮਤਲਬ ਨਾਮ ਹੈ ਉਹ ਪੂਰਾ ਆਪਣੇ ਉਹਦੇ ਵਿੱਚ ਸੈੱਲ ਦੇ ਵਿੱਚ ਆ ਗਿਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਸਾਈਜ਼ ਆ ਜਿਹੜਾ ਉਹ ਸੈੱਲ ਦਾ ਇਨਕਰੀਜ਼ ਕਰ ਸਕਦੇ ਹੋ ਬਹੁਤ ਹੀ ਵਧੀਆ ਢੰਗ ਦੇ ਨਾਲ, ਠੀਕ ਹੈ ਜੀ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਜੀ ਕ੍ਰੀਏਟਿੰਗ ਫਾਰਮੂਲਾਜ਼ ਐਂਡ ਵਿਦ ਸੈੱਲ ਰੈਫਰੈਂਸਿਸ। ਹੁਣ ਸੈੱਲ ਰੈਫਰੈਂਸ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ, ਕੀ ਹੁੰਦੇ ਸੈੱਲ ਰੈਫਰੈਂਸ,
ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਆਪਾਂ ਫਾਰਮੂਲੇ ਕ੍ਰੀਏਟ ਕਰ ਸਕਦੇ ਹਾਂ। ਫਾਰਮੂਲੇ ਤਾਂ ਬਹੁਤ ਤਰ੍ਹਾਂ ਦੇ ਆ, ਬਟ ਤੁਹਾਨੂੰ ਇੱਕ ਆਈਡੀਆ ਪਤਾ ਲੱਗ ਜੂਗਾ, ਇੱਕ ਪਤਾ ਲੱਗ ਜੂਗਾ ਕਿ ਆਪਾਂ ਐਵੇਂ ਫਾਰਮੂਲੇ ਕ੍ਰੀਏਟ ਕਰ ਸਕਦੇ, ਫਿਰ ਤੁਸੀਂ ਆਪਣੇ ਤਰੀਕੇ ਦੇ ਨਾਲ ਕਰ ਸਕਦੇ ਹੋ। ਵੈਸੇ ਆਪਾਂ ਮੈਕਸਿਮਮ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਨਾ। ਚਲੋ ਖੈਰ, ਸੋ ਵੈਨ ਅ ਫਾਰਮੂਲਾ ਕੰਟੇਨਸ ਅ ਸੈੱਲ ਐਡਰੈਸ ਇਟ ਇਜ਼ ਕਾਲਡ ਸੈੱਲ ਰੈਫਰੈਂਸ। ਸੋ ਸਿੱਧੀ ਜੀ ਗੱਲ ਹੈ, ਸੈੱਲ ਰੈਫਰੈਂਸ ਆ ਜਿਹੜਾ ਉਹ ਬੇਸਿਕਲੀ ਹੈ ਕਿ ਤੁਹਾਨੂੰ ਪਤਾ ਲੱਗ ਗਿਆ। ਪਹਿਲੀ ਸਟੇਟਮੈਂਟ ਆ ਜਿਹੜੀ ਕਿ ਐਗਜ਼ਾਮ ਤੋਂ ਡਾਇਰੈਕਟ ਪੁੱਛੀ ਜਾ ਸਕਦੀ ਹੈ ਕਿ ਵੈਨ ਅ ਫਾਰਮੂਲਾ ਕੰਟੇਨਸ ਅ ਸੈੱਲ ਐਡਰੈਸ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਭਾਈ ਸੈੱਲ ਰੈਫਰੈਂਸ ਕਹਿ ਦਿੰਨੇ ਹਾਂ, ਠੀਕ ਹੈ। ਇਹ ਡਾਇਰੈਕਟ ਪੁੱਛਿਆ ਜਾ ਸਕਦਾ ਗਾ, ਸੋ ਇਹ 'ਤੇ ਗੌਰ ਤੁਸੀਂ ਕਰਨਾ ਗਾ। ਉਸ ਤੋਂ ਬਾਅਦ ਕੀ ਹੈ, ਕ੍ਰੀਏਟਿੰਗ ਅ ਫਾਰਮੂਲਾ ਵਿਦ ਸੈੱਲ ਰੈਫਰੈਂਸ ਇਜ਼ ਯੂਜ਼ਫੁਲ ਬਿਕੋਜ਼ ਯੂ ਕੈਨ ਅਪਡੇਟ ਡੇਟਾ ਇਨ ਆਵਰ ਵਰਕਸ਼ੀਟ ਵਿਦਾਊਟ ਹੈਵਿੰਗ ਟੂ ਰੀਰਾਈਟ ਦ ਵੈਲਿਊਜ਼ ਇਨ ਦ ਫਾਰਮੂਲਾ। ਦੁਬਾਰਾ ਲਿਖਣ ਵਾਸਤੇ, ਯਾਨੀ ਕਿ ਤੁਹਾਨੂੰ ਸੈੱਲ ਰੈਫਰੈਂਸ ਆ ਜਿਹੜਾ ਉਹ ਮਦਦ ਕਰਦਾ ਗਾ, ਫਾਰਮੂਲੇ ਵਗੈਰਾ ਤੁਸੀਂ ਕਰ ਸਕਦੇ ਹੋ, ਫਿਰ ਡਾਇਰੈਕਟ ਸਾਰਾ ਕੁਝ ਹੋ ਜਾਊਗਾ, ਠੀਕ ਹੈ। ਸੋ ਹੁਣ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਹੁਣ ਮੈਨੂੰ ਪਤਾ, ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰੈਕਟੀਕਲ, ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਸੈੱਲ ਰੈਫਰੈਂਸ ਆ ਬੇਸਿਕਲੀ ਹੁੰਦਾ ਕੀ ਹੈ, ਠੀਕ ਹੈ ਜੀ। ਚਲੋ ਖੈਰ, ਚਲੋ ਗਾਹਾਂ ਤਾਂ ਆਪਾਂ ਪ੍ਰੈਕਟੀਕਲ 'ਤੇ ਹੋਣੇ ਆ। ਸੋ ਪ੍ਰੈਕਟੀਕਲ ਕੀ ਆ ਕਿ ਆਪਾਂ ਯੋਜੋ ਨਛੱਤਰ ਸਿੰਘ, ਹਰਮਨ ਚੀਮਾ, ਢਿੰਚਕ ਪੂਜਾ ਤੇ ਇਹਨਾਂ ਦਾ ਮਾਰਕਸ ਲੈ ਲਏ ਆਪਾਂ, ਠੀਕ ਹੈ। ਨਾਮ ਥੋੜ੍ਹੇ ਜਿਹੇ ਫਨੀ ਆ, ਚਲੋ ਖੈਰ ਕੋਈ ਨਾ, ਹਾਸਲ ਮਾੜਾ ਆ, ਠੀਕ ਹੈ। ਸੋ ਯੋਜੋ ਨਛੱਤਰ ਸਿੰਘ ਨੂੰ ਜੇਕਰ ਤੁਸੀਂ ਹਜੇ ਤੱਕ ਨਹੀਂ ਸੁਣਿਆ ਤਾਂ ਸੁਣ ਸਕਦੇ ਹੋ YouTube 'ਤੇ ਜਾ ਕੇ, ਠੀਕ ਹੈ। ਚਲੋ ਖੈਰ, ਬਠਿੰਡੇ ਦਾ ਹੀ ਹੈ। ਅਤੇ ਹਰਮਨ ਚੀਮਾ ਤਾਂ ਚਲੋ ਵੈਸੇ ਹੀ ਕੈਨੇਡਾ, ਮੈਲਬੌਰਨ ਜਾਂ ਬਹੁਤ ਥਾਵਾਂ 'ਤੇ ਮਸ਼ਹੂਰ ਹੈ। ਸੋ ਢਿੰਚਕ ਪੂਜਾ ਵੀ ਬਹੁਤ ਮਸ਼ਹੂਰ ਆ, ਬਿਗ ਬੌਸ 'ਤੇ ਆਈ ਹੋਈ ਹੈ, ਠੀਕ ਹੈ। ਸੋ ਬਹੁਤ ਤਕੜੇ ਕਲਾਕਾਰ ਆ, ਖੈਰ ਇਹਨਾਂ ਦੇ ਵੀ ਆਪਾਂ ਫੈਨ ਤਾਂ ਹੈ ਨਹੀਂ। ਚਲੋ ਖੈਰ, ਤਾਂ ਇਹਨਾਂ ਦੇ ਮੈਂ ਮਾਰਕਸ ਲਿਖ ਲਏ, ਜਿਵੇਂ 15, 25, 30, 40, 20, 30, 35 ਜਾਂ 45, 25। ਚਲੋ ਢਿੰਚਕ ਪੂਜਾ ਦੇ ਸਾਰਿਆਂ ਨਾਲੋਂ ਵੱਧ ਨੰਬਰ ਰੱਖਿਆ ਮੈਂ, ਠੀਕ ਹੈ। ਹਰਮਨ ਚੀਮਾ ਵਿਚਾਲੇ ਆ ਗਿਆ, ਯੋਜੋ ਨਛੱਤਰ ਸਿੰਘ ਜੀ ਬਹੁਤ ਬੁਰਾ ਹਾਲ ਹੈ, ਠੀਕ ਹੈ। ਸੋ ਬੇਸਿਕਲੀ ਮੈਂ ਇੱਕ ਮਾਰਕਸ ਲਿਖ ਲਏ, ਜਿਵੇਂ ਮੰਨ ਲਓ ਮੈਂ ਇੱਕ ਫਾਰਮੂਲਾ ਕ੍ਰੀਏਟ ਕੀਤਾ ਕਿ ਮੈਂ ਡੀ ਤੋਂ ਲੈ ਕੇ ਡੀ ਤੋਂ ਲੈ ਕੇ ਨਹੀਂ, ਮਤਲਬ ਜਿਹੜਾ ਡੀ ਦੇ ਨੰਬਰ ਹੈ, ਯਾਨੀ ਕਿ ਡੀ ਕਾਲਮ ਦੇ ਵਿੱਚ ਨੰਬਰ ਆ ਤੁਹਾਡੇ ਯੋਜੋ ਨਛੱਤਰ ਸਿੰਘ ਜੀ, ਅਤੇ ਤੁਹਾਡਾ ਜਿਹੜਾ ਐਫ ਕਾਲਮ ਆ ਗਿਆ, ਯਾਨੀ ਕਿ ਉਹਦੇ ਵਿੱਚ ਤੁਹਾਡਾ ਜਿਹੜਾ ਢਿੰਚਕ ਪੂਜਾ ਦੇ ਨੰਬਰ ਆ, ਮੈਂ ਇਹਨਾਂ ਨੂੰ ਐਡ ਕਰਨਾ ਗਾ। ਹਰਮਨ ਚੀਮਾ ਨੂੰ ਛੱਡਤਾ ਆਪਾਂ, ਠੀਕ ਹੈ। ਸੋ ਮੈਂ ਦੋਨਾਂ ਨੂੰ ਐਡ ਕਰਨਾ ਗਾ। ਹੁਣ ਕਿੱਥੇ ਤਾਂ ਤੁਸੀਂ ਇਕੱਲੇ ਨੂੰ ਕਰੀ ਜਾਓ, ਮੈਂ ਇੱਕ ਵਾਰੀ ਫਾਰਮੂਲਾ ਕ੍ਰੀਏਟ ਕਰੂੰਗਾ, ਉਸ ਤੋਂ ਬਾਅਦ ਆਪਣੇ ਆਪ ਇਹ ਜਿੰਨੇ ਵੀ ਯਾਨੀ ਕਿ ਤੁਹਾਡੇ ਰੋ ਦੇ ਵਿੱਚ ਆਉਂਦੇ ਹੈਗੇ, ਸਾਰੇ ਤੁਹਾਡੇ ਆਪਣੇ ਆਪ ਇਹ ਆ ਜਾਣਗੇ, ਠੀਕ ਹੈ, ਆਨਸਰ। ਜਿਵੇਂ ਕਿ ਮੰਨ ਲਓ ਮੈਂ ਇੱਥੇ ਫਾਰਮੂਲਾ ਲਿਖਤਾ। ਹੁਣ ਫਾਰਮੂਲਾ ਨੂੰ ਲਿਖਣ ਦਾ ਢੰਗ ਕੀ ਹੈ, ਐਕਸਲ ਦੇ ਵਿੱਚ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੁੰਦਾ। ਮੈਂ ਲਿਖਿਆ ਇਕੁਅਲ, ਕਿੱਥੋਂ ਕਰਨੀ ਹੈ, ਰੇਂਜ ਕੀ ਹੈ, ਰੇਂਜ ਹੈਗੀ ਹੈ ਜੀ ਡੀ। ਅੱਛਾ, ਰੋ ਕੀ ਹੈ, ਇੱਥੇ ਤੁਹਾਨੂੰ ਰੋ ਨਹੀਂ ਦਿਸ ਰਹੀ ਹੋਊਗੀ, ਜਿਵੇਂ 1 2 3 4 ਆਊਗਾ, ਠੀਕ ਹੈ ਨਾ। ਸੋ ਇੱਥੇ ਡੀ 4 ਆ ਗਿਆ, ਪਲੱਸ ਉਸ ਤੋਂ ਬਾਅਦ ਜੋੜਨਾ ਆਪਾਂ ਐਫ, ਠੀਕ ਹੈ। ਇੱਥੇ ਐਫ ਆ ਗਿਆ, ਐਫ ਦੀ ਕਿੰਨਵੀਂ ਜਿਹੜੀ ਹੈਗੀ ਹੈ 4, ਠੀਕ ਹੈ, ਐਫ ਦੀ 4। ਵੈਸੇ ਆਹ 1 2 3 4 ਨਹੀਂ ਹੈਗਾ, ਆਹੀ ਚੌਥੇ 'ਤੇ ਹੈ, ਠੀਕ ਹੈ ਨਾ। ਸੋ ਧਿਆਨ ਦੇਣਾ, ਆਹੀ ਚੌਥੇ 'ਤੇ ਹੈ, ਕਿਉਂਕਿ ਆਪਾਂ ਉੱਪਰ ਛੱਡਿਆ ਹੋਇਆ ਗਾ, ਠੀਕ ਹੈ, ਕਾਫੀ ਕੁਝ ਆਹੀ ਚੌਥੇ 'ਤੇ ਤੁਸੀਂ ਗਿਣ ਵੀ ਸਕਦੇ, 1 2 3 ਤੇ 4 ਚੌਥੇ 'ਤੇ ਆਉਂਦਾ ਗਾ। ਸੋ D4 + F4 ਆਪਾਂ ਜਦੋਂ ਕੀਤਾ ਤਾਂ ਨਾਲ ਦੀ ਨਾਲ ਮੈਂ ਐਂਟਰ ਦੱਬਤਾ ਤਾਂ 45 ਆਨਸਰ ਆ ਗਿਆ। ਉਸ ਤੋਂ ਬਾਅਦ ਜਦੋਂ ਐਂਟਰ ਦੱਬ ਕੇ ਇੱਥੇ ਤੁਸੀਂ ਥੋੜ੍ਹਾ ਜਿਹਾ ਮਾਊਸ ਲੈ ਕੇ ਜਾਓਗੇ ਤਾਂ ਇੱਕ ਐਰੋ ਟਾਈਪ ਜਿਹਾ ਬਣ ਕੇ ਆ ਜਾਊਗਾ, ਤੁਸੀਂ ਨਾਲ ਦੀ ਨਾਲ ਉਹਨੂੰ ਡਰੈਗ ਕਰ ਦਿਓ ਨੀਚੇ ਨੂੰ, ਤਾਂ ਸਾਰੇ ਆਪਣੇ ਆਪ ਤੁਹਾਡੇ ਆਨਸਰ ਆ ਜਾਣਗੇ। ਜਿਵੇਂ ਕਿ ਦੇਖੋ 25 ਤੇ 35 ਕਿੰਨਾ ਹੋ ਗਿਆ ਤੁਹਾਡਾ, 25 ਤੇ 35 ਹੋਇਆ, ਕਿੰਨਾ ਹੋਇਆ, ਇਹ ਤਾਂ ਯਾਰ ਆਨਸਰ ਹੀ ਗਲਤ ਆ ਗਿਆ, ਠੀਕ ਹੈ ਨਾ। ਜੇਕਰ ਵੈਸੇ ਇਹ ਆਨਸਰ ਗਲਤ ਕਿਉਂ ਆ ਗਿਆ, ਮੈਨੂੰ ਲੱਗਦਾ ਮੈਂ ਟੇਬਲ ਅਲੱਗ-ਅਲੱਗ ਲੈ ਲਏ। ਇੱਥੇ ਫਾਰਮੂਲਾ ਮੈਂ ਅੱਡ ਲਾਤਾ, ਇੱਥੇ ਮੈਂ ਅੱਡ ਲਾਤਾ। 15 20 35 45 ਬਣਿਆ ਕਿਵੇਂ ਇਹ, 20 ਤੇ 25 45 30 ਤੇ 35 65 35 ਤੇ 40। ਅੱਛਾ ਚਲੋ ਖੈਰ, ਤਾਂ ਇੱਥੇ ਫਾਰਮੂਲਾ ਹੀ ਮੈਨੂੰ ਲੱਗਦਾ ਮੈਂ ਦੋਨੇ ਟੇਬਲ ਅਲੱਗ-ਅਲੱਗ ਲੈ ਗਿਆ, ਠੀਕ ਹੈ। ਇੱਥੇ ਆਨਸਰ ਗਲਤ ਆ ਗਏ। ਸੋ ਬੇਸਿਕਲੀ ਕੀ ਹੈ ਕਿ ਜੇਕਰ ਮੈਂ ਆਹ ਫਾਰਮੂਲਾ ਲਾਊਂਗਾ ਤਾਂ ਉਸ ਤੋਂ ਬਾਅਦ ਤੁਹਾਡਾ 15 ਤੇ 25 ਜੁੜੂਗਾ, ਯਾਨੀ ਇੱਥੇ ਕਿੰਨਾ ਆਊਗਾ 40 ਆਊਗਾ, ਫਿਰ 25 ਤੇ 35 ਆਊਗਾ, ਇਹ ਜੁੜੂਗਾ, ਫਿਰ 30 ਤੇ 40 ਜੁੜੂਗਾ, ਫਿਰ 40 ਤੇ 50 ਜੁੜੂਗਾ, 90 ਆ ਜਾਊਗਾ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਇਹ ਫਾਰਮੂਲਾ ਕ੍ਰੀਏਟ ਹੋਊਗਾ। ਇੱਥੇ ਮੈਨੂੰ ਲੱਗਦਾ ਮੈਂ ਦੋਨੇ ਇਹ ਅਲੱਗ-ਅਲੱਗ ਪਰਫਾਰਮ ਕਰ ਗਿਆ, ਕਿਉਂਕਿ ਕਾਫੀ ਸਕਰੀਨਸ਼ਾਟ ਲਏ ਸੀ, ਉਹਨਾਂ ਦੇ ਵਿੱਚੋਂ ਫਿਰ ਮੈਂ ਜੋੜ ਕੇ ਲਾਇਆ ਸੀ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਲੱਗਿਆ। ਸੋ ਬੇਸਿਕਲੀ ਹਰਮਨ ਚੀਮਾ ਜੀ ਜੁੜ ਚੁੱਕੇ ਨੇ ਅਤੇ ਢਿੰਚਕ ਪੂਜਾ ਜੀ ਜੁੜ ਚੁੱਕੇ ਨੇ, ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜੋੜ ਸਕਦੇ ਹੋ, ਠੀਕ ਹੈ ਨਾ। ਸੋ ਫਾਰਮੂਲਾ ਗਲਤ ਲੱਗਿਆ ਹੋਇਆ ਕੋਈ ਚੱਕਰ ਨਹੀਂ ਹੈਗਾ, ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ ਕਿ ਫਾਰਮੂਲਾ ਬੇਸਿਕਲੀ ਆਪਾਂ ਇਹਨੂੰ ਐਡ ਕਿਵੇਂ ਕਰ ਸਕਦੇ, ਕਿਵੇਂ ਤਿਆਰ ਕਰ ਸਕਦੇ, ਠੀਕ ਹੈ ਜੀ। ਚਲੋ ਖੈਰ, ਜੇ ਕੋਈ ਗਲਤੀ ਹੋਈ ਵੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਵੈਸੇ ਚਲੋ ਖੈਰ ਕੋਈ ਚੱਕਰ ਨਹੀਂ, ਠੀਕ ਹੈ। ਤੁਸੀਂ ਪਰਫਾਰਮ ਕਰੋਗੇ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ, ਐਡਾ ਵੀ ਕੋਈ ਮਾਮਲਾ ਹੈ ਨਹੀਂ ਇਹ, ਠੀਕ ਹੈ। ਇਸ ਤੋਂ ਬਾਅਦ ਹੁਣ ਸੈੱਲ ਰੈਫਰੈਂਸ ਦੀ ਆਪਾਂ ਜਿਹੜੀ ਗੱਲ ਕੀਤੀ ਆ, ਤਾਂ ਬੇਸਿਕਲੀ ਸੈੱਲ ਰੈਫਰੈਂਸ ਹੁੰਦੇ ਕਿੰਨੇ ਤਰ੍ਹਾਂ ਦੇ ਆ, ਜਿਵੇਂ ਕਿ 3 ਤਰ੍ਹਾਂ ਦੇ ਆ, ਜਿਨ੍ਹਾਂ ਨੂੰ ਆਪਾਂ ਰਿਲੇਟਿਵ ਰੈਫਰੈਂਸ ਕਹਿੰਦੇ ਆ, ਐਬਸੋਲਿਊਟ ਰੈਫਰੈਂਸ ਕਹਿੰਦੇ ਆ, ਮਿਕਸਡ ਰੈਫਰੈਂਸ ਕਹਿੰਦੇ ਆ। ਵੈਸੇ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ, ਇਹ ਅੱਗੇ ਵੀ ਆ ਜਾਊਗਾ, ਫਾਰਮੂਲਾ ਕ੍ਰੀਏਟ ਕਰਨਾ ਜਿਹੜੇ ਆਪਾਂ ਰੈਫਰੈਂਸ ਪੜ੍ਹ ਰਹੇ ਹਾਂ ਇਹਨਾਂ ਦੇ ਵਿੱਚ ਹੀ ਆ ਜਾਊਗਾ, ਠੀਕ ਹੈ ਨਾ। ਸੋ ਚਲੋ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਸੋ ਬੇਸਿਕਲੀ
ਜਿਹੜਾ ਰਿਲੇਟਿਵ ਰੈਫਰੈਂਸ ਆ ਸੋ ਇਹ ਕੀ ਹੁੰਦਾ ਗਾ ਰਿਲੇਟਿਵ ਰੈਫਰੈਂਸ। So relative reference in Excel, relative reference is used by default when it is copied to multiple cells and then it changes according to cell position। यानी कि relative reference यही है ਜਿਹੜਾ ਮੈਂ ਤੁਹਾਨੂੰ ਦੱਸਿਆ ਸਿੰਪਲ ਕਿ ਇਹ ਡਿਫਾਲਟ ਹੁੰਦਾ ਗਾ ਜੇਕਰ ਆਪਾਂ ਕਾਪੀ ਕਰਤਾ ਇਹਨੂੰ ਸਿੱਧਾ ਡਰੈਗ ਕਰਤਾ ਯਾਨੀ ਕਿ ਸਿੱਧਾ ਤੁਹਾਨੂੰ ਇੱਕ ਉਹ ਸ਼ੋ ਹੋ ਜਾਊਗਾ ਰਿਲੇਟਿਵ ਰੈਫਰੈਂਸ। ਯਾਨੀ ਕਿ ਜਿਵੇਂ C1 ਬਰਾਬਰ A1 B1 ਜਿਹੜਾ ਤੁਹਾਡੀ ਰੇਂਜ ਲਈ ਹੋਈ ਆ ਉਹਨੂੰ ਆਪਾਂ ਕਾਪੀ ਕਰਕੇ ਸਿੱਧਾ ਡਰੈਗ ਕਰ ਦਿਓ ਤੇ ਤੁਹਾਨੂੰ ਨੀਚੇ ਉਹਦੇ ਆਨਸਰ ਦਿਸ ਜਾਣਗੇ। ਠੀਕ ਹੈ ਨਾ। ਬਹੁਤ ਕੋਸ਼ਿਸ਼ ਕਰਦਾ ਕਿ ਤੁਹਾਨੂੰ ਐਂ ਸਮਝ ਲੱਗ ਜੇ ਬਟ ਪ੍ਰੈਕਟੀਕਲ ਜਿੰਨਾ ਚਿਰ ਤੁਸੀਂ ਨਹੀਂ ਕਰੋਗੇ ਤਾਂ ਬਹੁਤ ਔਖਾ ਹੁੰਦਾ ਸਮਝਾਉਣਾ। ਜਿਵੇਂ ਕਿ ਤੁਹਾਡੇ ਸਾਹਮਣੇ ਟੇਬਲ ਆ ਗਿਆ ਠੀਕ ਹੈ ਨਾ ABCD ਜਿਵੇਂ ਕਿ AB ਠੀਕ ਹੈ। ਸੋ ਆਪਾਂ ਦੋਨੇ ਲਏ ਆ ਜਿਵੇਂ ਕਿ ਮੰਨ ਲਓ ਮੈਂ ਇੱਥੇ ਲਿਖਤਾ A1 ਤੇ B1 ਰੇਂਜ ਲਿਖਤੀ ਕਿ ਇਹਨਾਂ ਦੋਨਾਂ ਨੂੰ ਆਪਾਂ ਜੋੜਨਾ ਗਾ ਠੀਕ ਹੈ। ਜਿਵੇਂ 55 70 ਆ ਗਿਆ ਠੀਕ ਹੈ A1 ਤੇ B1 ਇਹਨਾਂ ਦੋਨਾਂ ਨੂੰ ਜੋੜਤਾ ਫਾਰਮੂਲਾ ਉਵੇਂ ਹੈ ਇਕੁਅਲ ਟੂ ਲਿਖਿਆ ਤੇ A1 ਕਈ ਵਾਰ ਪੁੱਛ ਲਿਆ ਜਾਂਦਾ ਹੁੰਦਾ ਵੀ ਸਟਾਰਟ ਕਿੱਥੋਂ ਹੁੰਦਾ ਕੋਈ ਵੀ ਫਾਰਮੂਲਾ ਇਕੁਅਲ ਟੂ ਹੋਊਗਾ ਠੀਕ ਹੈ ਨਾ। ਸੋ ਇੱਥੇ ਕਰਤਾ ਆਪਾਂ A1 + B1 ਜਦੋਂ ਆਪਾਂ ਸਟਾਰਟ ਕੀਤਾ ਭਾਈ ਇਹ ਐਡ ਹੋ ਗਏ ਤਾਂ ਤੁਸੀਂ ਉਸ ਤੋਂ ਬਾਅਦ ਜਿਵੇਂ ਐਰੋ ਜਿਹਾ ਬਣ ਕੇ ਆ ਗਿਆ ਨਾ ਇੱਥੇ ਤੁਸੀਂ ਇਹਨੂੰ ਜਸਟ ਡਰੈਗ ਕਰਨਾ ਠੋਕ ਦੇਣਾ ਥੱਲੇ ਨੂੰ ਤੇ ਉਸ ਤੋਂ ਬਾਅਦ ਥੱਲੇ ਵਾਲਾ ਵੀ ਆਪਣੇ ਆਪ ਐਡ ਹੋਣ ਲੱਗ ਜਾਣਗੇ ਤੇ ਇਹਨੂੰ ਕਹਿੰਦੇ ਆ ਰਿਲੇਟਿਵ ਰੈਫਰੈਂਸ ਜਿਹੜਾ ਕਿ ਬਾਈ ਡਿਫਾਲਟ ਹੈ। ਉਸ ਤੋਂ ਬਾਅਦ ਐਬਸੋਲੂਟ ਰੈਫਰੈਂਸ ਆ ਜਾਂਦੀ ਹੈ। ਐਬਸੋਲੂਟ ਰੈਫਰੈਂਸ ਦੇ ਵਿੱਚ ਕਈ ਵਾਰੀ ਆਪਾਂ ਕਿਸੇ ਜਿਹੜਾ ਪਰਟੀਕੂਲਰ ਰੋ ਸੈੱਲ ਨੂੰ ਆਪਾਂ ਕੌਂਸਟੈਂਟ ਰੱਖਣਾ ਹੁੰਦਾ ਪਰਟੀਕੂਲਰ ਸੈੱਲ ਨੂੰ ਆਪਾਂ ਚੇਂਜ ਨਹੀਂ ਕਰਨਾ ਹੁੰਦਾ। ਜਿਵੇਂ ਮੰਨ ਲਓ ਮੈਂ ਐਂ ਕਹਿਦਾ ਕਿ ਜੇ ਮੈਂ ਮੰਨ ਲਓ ਐਂ ਕਰਨਾ ਹੋਵੇ ਜਿਵੇਂ ਆਪਾਂ 55 ਤੇ 70 ਨੂੰ ਕੀਤਾ ਮੰਨ ਲਓ ਮੈਂ 55 ਤੇ 70 ਨੂੰ ਨਹੀਂ ਕਰਨਾ ਮੈਂ 55 ਤੇ 59 ਨੂੰ ਕਰਨਾ 55 ਤੇ 99 ਨੂੰ ਕਰਨਾ ਜਾਂ 58 ਤੇ 59 ਨੂੰ ਕਰਨਾ 58 ਤੇ 99 ਨੂੰ ਕਰਨਾ 85 ਤੇ 70 ਨੂੰ ਕਰਨਾ ਠੀਕ ਹੈ ਨਾ 85 ਨੂੰ 59 ਨਾਲ ਕਰਨਾ 85 ਨੂੰ 99 ਨਾਲ ਕਰਨਾ ਤਾਂ 85 ਨਹੀਂ ਚੇਂਜ ਹੋਣਾ ਚਾਹੀਦਾ ਬਾਕੀ ਭਾਵੇਂ ਕੁਝ ਵੀ ਚੇਂਜ ਹੋਈ ਜਾਵੇ ਤਾਂ ਹੁਣ ਜਿਹੜਾ ਚੇਂਜ ਨਹੀਂ ਕਰਨਾ ਉਹਦੇ ਮੂਹਰੇ ਆਪਾਂ ਡਾਲਰ ਲਾ ਦਾਂਗੇ ਇਸੇ ਕਰਕੇ ਆਪਾਂ ਐਬਸੋਲੂਟ ਰੈਫਰੈਂਸ ਇਹਨੂੰ ਕਹਿੰਦੇ ਆ। ਸੋ ਬਹੁਤ ਇੰਪੋਰਟੈਂਟ ਹੈ ਠੀਕ ਹੈ। ਹੁਣ ਤੁਹਾਨੂੰ ਸਮਝ ਵੀ ਲੱਗ ਜੂਗਾ ਪਹਿਲਾਂ ਆਪਾਂ ਕਰਕੇ ਦੇਖ ਲੈਂਦੇ ਹਾਂ। ਜਿਵੇਂ ਤੁਹਾਨੂੰ ਇੱਥੇ ਦਿਸ ਰਿਹਾ ਹੈਗਾ ਕਿ ABC ਤਾਂ ਮੈਂ ਕੀ ਕੀਤਾਗਾ ਇਹ ਜਿਹੜਾ ਹੈਗਾ ਉਹਨੂੰ ਆਪਾਂ ਡਾਲਰ ਲਾਤਾ ਉਹਦੇ ਮੂਹਰੇ ਯਾਨੀ ਕਿ ਇਹ ਤਾਂ ਨਹੀਂ ਚੇਂਜ ਹੁੰਦਾ 55 ਤਾਂ 55 ਹੀ ਰਹੂਗਾ ਬਾਕੀ ਕੁਝ ਹੋ ਜੇ ਠੀਕ ਹੈ ਨਾ। ਸੋ ਆਪਾਂ ਲਾਤਾ 55 ਤੇ $1 ਲਾਤਾ ਯਾਨੀ ਕਿ ਪੂਰਾ ਜਿਹੜਾ ਉਹ ਜਿਹੜਾ ਕੌਂਸਟੈਂਟ ਰਵੇ 55 ਠੀਕ ਹੈ ਨਾ। ਸੋ ਉਸ ਤੋਂ ਬਾਅਦ ਪਲੱਸ B1 ਕਰਤਾ ਯਾਨੀ ਕਿ B1 ਆਪਾਂ ਡਾਲਰ ਮੂਹਰੇ ਉਹਦੇ ਲਾਇਆ ਨਹੀਂ ਤਾਂ B1 ਉਸ ਤੋਂ ਬਾਅਦ ਕੀ ਆਊਗਾ B2 ਆਊਗਾ ਉਸ ਤੋਂ ਬਾਅਦ ਕੀ ਆਊਗਾ B3 ਆਊਗਾ ਠੀਕ ਹੈ ਨਾ। ਤਾਂ ਉਹ ਚੇਂਜ ਹੋਈ ਜਾਊਗਾ ਜਿਵੇਂ ਆਪਾਂ ਰਿਲੇਟਿਵ ਰੈਫਰੈਂਸ ਦੇ ਵਿੱਚ ਕੋਈ ਵੀ ਡਾਲਰ ਲਈ ਲਾਇਆ ਨਾ ਤਾਂ ਉੱਥੇ A1 ਵੀ ਚੇਂਜ ਹੋਏਗਾ A2 ਹੋ ਗਿਆ B1 ਵੀ ਚੇਂਜ ਹੋਇਆ B2 ਹੋ ਗਿਆ ਉਸ ਤੋਂ ਬਾਅਦ A3 ਆ ਜਾਊਗਾ ਫਿਰ B3 ਆ ਜਾਊਗਾ। ਬਟ ਜਦੋਂ ਆਪਾਂ ਡਾਲਰ ਲਾਤਾ ਤਾਂ ਇਹਦਾ ਮਤਲਬ ਐਬਸੋਲੂਟ ਰੈਫਰੈਂਸ ਆਪਾਂ ਯੂਜ਼ ਕੀਤਾਗਾ ਯਾਨੀ ਕਿ ਆਪਾਂ ਇੱਕ ਸੈੱਲ ਨੂੰ ਕੌਂਸਟੈਂਟ ਕਰਤਾ ਯਾਨੀ ਕਿ ਉਹ ਚੇਂਜ ਨਾ ਹੋਵੇ ਤਾਂ ਆਪਾਂ ਡਾਲਰ ਲਾਤਾ ਠੀਕ ਹੈ। ਸੋ ਜਦੋਂ ਮੈਂ $1 ਲਾਤਾ ਤਾਂ ਉਹ 55 ਤਾਂ ਜਿਹੜਾ ਕਾਮਨ ਹੋ ਗਿਆ 55 ਤਾਂ ਜਿਹੜਾ ਉਹ ਤਾਂ ਹਮੇਸ਼ਾ ਰਹੂਗਾ B1 ਚੇਂਜ ਹੁੰਦਾ ਰਹੂਗਾ। ਜਿਵੇਂ ਕਿ ਦੇਖ ਲਓ 55 ਤੇ 70 ਨੂੰ ਜੋੜਤਾ ਉਸ ਤੋਂ ਬਾਅਦ ਮੈਂ ਡਰੈਗ ਕਰਤਾ ਨਾਲ ਦੀ ਨਾਲ ਉਹਨੂੰ ਫੜ ਕੇ ਤੋਂ ਨੀਚੋਂ ਡਰੈਗ ਕਰਤਾ ਤਾਂ ਨਾਲ ਦੀ ਨਾਲ ਤੁਹਾਡਾ ਜਿਹੜਾ 55 ਉਹ ਤਾਂ ਕਾਮਨ ਹੀ ਰਹੂਗਾ 59 ਨਾਲ ਐਡ ਹੋ ਗਿਆ ਉਸ ਤੋਂ ਬਾਅਦ 55 ਕਾਮਨ ਆ ਫਿਰ 99 ਨਾਲ ਐਡ ਹੋ ਜਾਊਗਾ ਫਿਰ 55 ਕਾਮਨ ਆ ਜਿਹੜਾ ਵੀ ਨੀਚੇ ਆਊਗਾ ਨੰਬਰ ਉਹਦੇ ਨਾਲ ਐਡ ਹੋ ਜਾਊਗਾ। ਜੇ ਮੰਨ ਲਓ ਤੁਸੀਂ B1 ਜਾਂ B2 ਕਿਤੇ ਵੀ ਤੁਸੀਂ ਕਿਸੇ ਨੂੰ ਵੀ ਯਾਨੀ ਕਿ ਕੌਂਸਟੈਂਟ ਰੱਖਣਾ ਹੈਗਾ ਉਹਦੇ ਮੂਹਰੇ ਚੁੱਪ ਕਰਕੇ ਡਾਲਰ ਲਾ ਦਿਓ ਉਹ ਚੇਂਜ ਨਹੀਂ ਹੁੰਦਾ ਗਰੰਟੀ ਹੈ ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਕਰਨਾ ਪੈਣਾ ਯਾਨੀ ਕਿ $1 ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਸੈੱਲ ਨੂੰ ਕੌਂਸਟੈਂਟ ਕਰ ਸਕਦੇ ਹੋ ਕਾਮਨ ਕਰ ਸਕਦੇ ਹੋ ਰਾਈਟ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਤੁਸੀਂ ਚੇਂਜ ਨਹੀਂ ਕਰਨਾ। ਹੁਣ ਆਪਾਂ ਇੰਗਲਿਸ਼ 'ਚ ਪੜ੍ਹ ਲੈਂਦੇ ਹਾਂ ਕਿ ਸਮਟਾਈਮਸ ਕਦੇ ਆਪਣਾ ਜੀ ਕਰਦਾ ਗਾ ਵੀ ਵਾਂਟ ਦੈਟ ਡਿਊਰਿੰਗ ਕਾਪਿੰਗ ਅ ਫਾਰਮੂਲਾ ਨੂੰ ਕੌਣ ਵਾਰ ਕਾਪੀ ਕਰੂਗਾ ਫਰੋਮ ਵਨ ਸੈੱਲ ਟੂ ਅਨਦਰ ਆਪਾਂ ਕੀ ਕਰਦੇ ਸੈੱਲ ਰੈਫਰੈਂਸ ਸ਼ੁੱਡ ਨਾਟ ਬੀ ਚੇਂਜਡ ਕਿ ਆਪਣਾ ਜਿਹੜਾ ਰੈਫਰੈਂਸ ਆ ਉਹ ਚੇਂਜ ਨਾ ਹੋਵੇ। ਫਿਰ ਆਪਾਂ ਕੀ ਕਰਦੇ ਹਾਂ ਸੋ ਇਨ ਦਿਸ ਕੇਸ ਐਬਸੋਲੂਟ ਰੈਫਰੈਂਸ ਨੂੰ ਆਪਾਂ ਯੂਜ਼ ਕਰਦੇ ਹਾਂ। ਇਨ ਦਿਸ ਟਾਈਪ ਆਫ ਰੈਫਰੈਂਸ ਦਾ ਸੈੱਲ ਐਡਰੈਸ ਡਜ਼ ਨਾਟ ਚੇਂਜ ਸੈੱਲ ਐਡਰੈਸ ਆ ਜਿਹੜਾ ਉਹ ਚੇਂਜ ਨਹੀਂ ਹੁੰਦਾ ਭਾਈ ਈਵਨ ਡਿਊਰਿੰਗ ਕਾਪਿੰਗ ਏ ਫਾਰਮੂਲਾ ਨੂੰ ਕਾਪੀ ਕਰਦੇ ਰਹੋ। ਯੂਜ਼ਿੰਗ ਦਿਸ ਰੈਫਰੈਂਸ ਵੀ ਕੈਨ ਕੀਪ ਅ ਰੋ ਕਾਲਮ ਕੌਂਸਟੈਂਟ ਉਹਨੂੰ ਕੌਂਸਟੈਂਟ ਕਰ ਦਿੰਦੇ ਆ ਉਹਦੇ ਮੂਹਰੇ ਕੀ ਕਰ ਦਿੰਦੇ ਆਪਾਂ ਡਾਲਰ ਦਾ ਸਾਈਨ ਲਾ ਦਿੰਦੇ ਆ। ਸੋ ਡਾਲਰ ਸਾਈਨ ਇਜ਼ ਯੂਜ਼ਡ ਡਿਊਰਿੰਗ ਵੈਸੇ ਡਾਲਰ ਕਹਿ ਕੇ ਨਾ ਮੇਰਾ ਗਾਣਾ ਯਾਦ ਆ ਗਿਆ ਡਾਲਰ ਗਿਣਦੀ ਹੈ ਚਲੋ ਖੈਰ ਤਾਂ ਡਾਲਰ ਸਾਈਨ ਇਜ਼ ਯੂਜ਼ਡ ਡਿਊਰਿੰਗ ਟਾਈਪਿੰਗ ਅ ਫਾਰਮੂਲਾ ਯੂਜ਼ਿੰਗ ਐਬਸੋਲੂਟ ਰੈਫਰੈਂਸ ਤਾਂ ਆਪਾਂ ਐਬਸੋਲੂਟ ਰੈਫਰੈਂਸ ਯੂਜ਼ ਕਰ ਸਕਦੇ ਡਾਲਰ ਸਾਈਨ ਨੂੰ। ਤਾਂ ਕੁਐਸਚਨ ਕੀ ਪੁੱਛਿਆ ਜਾ ਸਕਦਾ ਵੀ ਐਬਸੋਲੂਟ ਰੈਫਰੈਂਸ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਭਾਈ ਤਾਂ ਆਪਸ਼ਨ ਦੇ ਵਿੱਚ ਡਾਲਰ ਪਿਆ ਹੋਊਗਾ ਯੂਰੋ ਪਿਆ ਹੋਊਗਾ ਰੁਪਈਆ ਪਿਆ ਹੋਊਗਾ ਤੁਸੀਂ ਕਰ ਦਿਓ ਠੀਕ ਹੈ ਨਾ ਜਿਹੜਾ ਕੁਛ ਆਨਸਰ ਲਾਉਣਾ ਤੁਹਾਡਾ ਜੀ ਕਰਦਾ ਹੋਇਆ ਠੀਕ ਹੈ ਨਾ। ਸੋ ਇਸ ਤੋਂ ਬਾਅਦ ਆ ਗਿਆ ਭਾਈ ਮਿਕਸਡ ਰੈਫਰੈਂਸ ਤਾਂ ਮਿਕਸਡ ਰੈਫਰੈਂਸ ਤੁਹਾਨੂੰ ਪੜ੍ਹਾਉਣ ਦੀ ਲੋੜ ਹੀ ਨਹੀਂ ਠੀਕ ਹੈ ਨਾ। ਇਹ ਮਿਕਸਡ ਉਸੇ ਤਰੀਕੇ ਦੇ ਨਾਲ ਆ ਜੇਕਰ ਆਪਾਂ ਰਿਲੇਟਿਵ ਪੜ੍ਹ ਲਿਆ ਰਿਲੇਟਿਵ ਦਾ ਮਤਲਬ ਤੁਸੀਂ ਕੌਂਸਟੈਂਟ ਨਹੀਂ ਰੱਖ ਰਹੇ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਤੁਸੀਂ ਫਾਰਮੂਲਾ ਜਿਹੜਾ ਕ੍ਰੀਏਟ ਕੀਤਾ ਉਹ ਸਾਰਿਆਂ ਦੇ ਵਿੱਚ ਅਪਲਾਈ ਹੋ ਜਾਊਗਾ ਠੀਕ ਹੈ ਨਾ ਅੱਗੇ ਦੀ ਅੱਗੇ। ਤੇ ਜਿਹੜਾ ਐਬਸੋਲਿਊਟ ਆ ਤੁਸੀਂ ਇੱਕ ਵੈਲਿਊ ਨੂੰ ਕੌਂਸਟੈਂਟ ਕਰਤਾ ਕਿਸੇ ਵੀ ਸੈੱਲ ਰੇਂਜ ਨੂੰ ਕਿਸੇ ਸੈੱਲ ਐਡਰੈਸ ਨੂੰ ਕੌਂਸਟੈਂਟ ਕਰਤਾ ਉਹਨਾਂ ਦੋਨਾਂ ਦੇ ਮਿਸ਼ਰਣ ਨੂੰ ਠੀਕ ਆ ਆਪਾਂ ਕੀ ਕਹਿੰਦੇ ਮਿਕਸਡ ਰੈਫਰੈਂਸ ਯਾਨੀ ਕਿ ਇਹਦੇ ਵਿੱਚ ਕੌਂਸਟੈਂਟ ਵੀ ਰਹੂਗਾ ਇਹਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਡਾਲਰ ਲਾਤਾ ਤਾਂ ਕੌਂਸਟੈਂਟ ਹੋ ਜਾਊਗਾ ਨਹੀਂ
नहीं लाया तो रिलेटिव रैफरेंस बन जूगी, ठीक है ना, मिक्स हो जाऊगा बेसिकली। सो मिक्सड रेफरेंस की है, इज द कंबीनेशन ऑफ बोथ रिलेटिव एंड एब्सोल्यूट रेफरेंस। इन मिक्सड रेफरेंस डॉलर साइन इज यूज्ड आइदर टू रो और कॉलम, ठीक है ना। सो रो ਦੇ ਵਿੱਚ ਵੀ ਤੁਸੀਂ यूज़ कर सकते हो, कॉलम ਦੇ ਵਿੱਚ भी यूज़ कर सकते हो भाई, ठीक है ना। सो काफ़ी ये इंपॉर्टेंट है। सो मेरे हिसाब ਨਾਲ ਤੁਹਾਨੂੰ ਕਾਫੀ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ ਪੂਰਾ ਆਪਣਾ ਸੈੱਲ ਰੈਫਰੈਂਸ ਕਿੰਨੇ ਤਰ੍ਹਾਂ ਦੇ ਹੁੰਦਾ, ਕਿਹੜਾ ਕਿਹੜਾ ਹੈਗਾ। ਹੁਣ ਭਾਈ ਇੱਕ ਜਾਣਕਾਰੀ ਤੁਹਾਨੂੰ ਦੇਣੀ ਆ ਵਿੱਚ ਦੀ, ਠੀਕ ਹੈ ਨਾ, ਕਿ ਪੋਲਿਟੀ ਦਾ ਕੋਰਸ ਆ ਜਿਹੜਾ PPSC ਵਾਸਤੇ ਬਹੁਤ ਹੀ ਪ੍ਰੈਕਟੀਕਲ ਨੌਲੇਜ ਦੇ ਨਾਲ, ਬਹੁਤ ਹੀ ਤਕੜੀ ਨੌਲੇਜ ਦੇ ਨਾਲ ਵਧੀਆ ਆਪਣਾ ਰਨਿੰਗ ਚੱਲ ਰਿਹਾ ਹੈਗਾ। 4 ਤੋਂ ਚੱਲਿਆਗਾ, ਹਜੇ ਕਲਾਸਾਂ ਇਹਦੀਆਂ ਬਾਹਲੀਆਂ ਨਹੀਂ ਲੱਗੀਆਂ। ਕਲਾਸਾਂ ਦਾ ਮਤਲਬ ਕਲਾਸਾਂ ਤਾਂ 3 ਹੀ ਆ, ਪਰ ਲੈਕਚਰ ਇਹਦੇ ਜਿਹੜੇ ਹਜੇ ਲਗਭਗ 4 ਜਾਂ 5 ਜਾਂ 6 ਜਾਂ 7 ਹੋਏ ਆ, ਠੀਕ ਹੈ ਨਾ। ਸੋ ਬਹੁਤ ਵਧੀਆ ਢੰਗ ਦੇ ਨਾਲ PPSC ਜਿਹੜਾ ਹੈਗਾ ਸਮਝਾ ਰਿਹਾ ਹਾਂ। ਉਹਦੇ ਵਿੱਚ ਮੈਂ ਸਿਵਲ ਸਰਵਿਸ ਦੇ ਅਕੋਰਡਿੰਗ ਹੈ। ਸਿਵਲ ਸਰਵਿਸ ਦਾ ਮਤਲਬ ਤੁਸੀਂ ਇਹ ਸਮਝ ਲਓ ਕਿ ਕਿਸੇ ਵੀ ਪੇਪਰ ਆ ਜੇ ਤੁਹਾਡਾ, ਚਾਹੇ UPSC ਦਾ ਪ੍ਰੀ ਐਗਜ਼ਾਮ ਹੋ ਜੇ, ਚਾਹੇ PPSC ਦਾ ਹੋ ਜੇ, ਠੀਕ ਹੈ ਨਾ। ਸੋ ਜਿੰਨਾ ਤੁਹਾਡਾ ਪੋਲਿਟੀ ਦਾ ਪੋਰਸ਼ਨ ਆ, ਚਾਹੇ ਉਹ ਪਟਵਾਰੀ ਆ, ਚਾਹੇ ਪੁੱਡਾ, ਚਾਹੇ PSPCL, ਚਾਹੇ PPSC, ਚਾਹੇ ਕੋਆਪਰੇਟਿਵ ਇੰਸਪੈਕਟਰ, ਚਾਹੇ ਕੁਛ ਵੀ ਹੈ, ਪੋਲਿਟੀ ਜਿੱਥੇ ਆਊਗੀ ਤੁਸੀਂ ਆਨਸਰ ਆਰਾਮ ਨਾਲ ਲਾ ਦੋਗੇ। ਇੰਨੇ ਤਕੜੇ ਤਰੀਕੇ ਨਾਲ ਪੜ੍ਹ ਰਹੇ ਹਾਂ ਆਪਾਂ, ਠੀਕ ਹੈ। ਇੰਨੇ ਤਕੜੇ ਤਰੀਕੇ ਨਾਲ ਕਿਤੇ ਵੀ ਪਲੇਟਫਾਰਮ 'ਤੇ ਨਹੀਂ ਪੜ੍ਹਾਇਆ ਹੋਇਆ ਮੈਂ ਹਜੇ ਤੱਕ, ਕਿਉਂਕਿ ਜਿਹੜੇ ਆਪਾਂ ਪਹਿਲਾਂ ਟਾਰਗੇਟ ਕੀਤੇ ਆ ਉਹ ਸਾਰੇ ਛੋਟੇ ਛੋਟੇ ਪੇਪਰ ਕੀਤੇ ਹੈਗੇ, ਜਿਵੇਂ ਕਿ ਵਨ ਲਾਈਨਰ ਵਗੈਰਾ ਹੋ ਗਏ। ਬਟ ਇੱਥੇ UPSC ਬੇਸਡ ਬਹੁਤ ਹੀ ਤਕੜੇ ਤਰੀਕੇ ਦੇ ਕੁਐਸਚਨ ਤੇ ਬਹੁਤ ਹੀ ਹਰ ਰੋਜ਼ ਤੁਹਾਨੂੰ PDF ਮਿਲਦੀ ਆ। ਹਰ ਰੋਜ਼ ਦਾ ਮਤਲਬ ਜਿਹੜੇ ਲੈਕਚਰ ਹੁੰਦੇ ਹੈਗੇ ਅਲਟਰਨੇਟ ਡੇਜ਼, ਉਹਨਾਂ ਲੈਕਚਰਸ ਤੁਹਾਨੂੰ PDF ਮਿਲਦੀ ਆ, ਉਹਨਾਂ ਲੈਕਚਰਸ ਦੇ ਹੀ ਤੁਹਾਨੂੰ MCQ ਮਿਲਦੇ ਆ, ਠੀਕ ਹੈ ਨਾ। ਡੇਲੀ ਟੌਪਿਕ ਵਾਈਜ਼ MCQ ਮਿਲਦੇ ਆ, ਠੀਕ ਹੈ। ਉਹਨਾਂ ਨੂੰ ਤੁਸੀਂ ਸੋਲਵ ਕਰੋ, ਉਹਨਾਂ ਦੇ ਸੋਲਿਊਸ਼ਨ ਵੀ ਮਿਲਦੇ ਆ। ਡਾਊਟ ਕਲੀਅਰਿੰਗ ਸੈਸ਼ਨ ਵੀ ਹਫਤੇ ਦੇ ਵਿੱਚ ਹੁੰਦੇ ਆ, ਜੇਕਰ ਤੁਹਾਡੇ ਕੋਈ ਡਾਊਟ ਵਗੈਰਾ ਹੋਏ, ਠੀਕ ਹੈ, ਉਹਨਾਂ ਨੂੰ ਤੁਸੀਂ ਭੇਜ ਸਕਦੇ ਹੋ, ਮੇਲ ਵਗੈਰਾ ਕਰ ਸਕਦੇ ਹੋ, WhatsApp 'ਤੇ ਮੈਸੇਜ ਕਰ ਸਕਦੇ ਹੋ। ਬਟ ਇਹ ਪੇਡ ਆ ਭਾਈ, ਕਿਉਂਕਿ ਮੱਥਾ ਖਪਾਈ ਬਹੁਤ ਜ਼ਿਆਦਾ ਹੁੰਦੀ ਆ ਇਹਦੇ 'ਤੇ, ਠੀਕ ਹੈ ਨਾ। ਸੋ ਪੇਡ ਹੋਊਗਾ, ਸਾਰਾ ਕੁਝ ਤੁਹਾਨੂੰ ਮਿਲੂਗਾ, PDF ਮਿਲੂਗੀ, ਮਟੀਰੀਅਲ ਮਿਲੂਗਾ, ਸਾਰਾ ਕੁਝ ਮਿਲੂਗਾ, ਪਰ ਟੌਪਿਕ ਵਾਈਜ਼ ਮਿਲੂਗਾ, ਠੀਕ ਹੈ ਨਾ। ਸੋ ਬੇਸਿਕਲੀ ਜਿਹੜਾ ਹੋਈ ਜਾਊਗਾ ਤੁਹਾਨੂੰ ਸਾਰਾ ਕੁਝ ਮਿਲੀ ਜਾਊਗਾ। ਸੋ ਨੰਬਰ ਹੈ 8986906566, ਤੁਸੀਂ ਇੱਥੇ ਮੈਸੇਜ WhatsApp 'ਤੇ ਕਰ ਸਕਦੇ ਹੋ। ਅਤੇ ਲਿੰਕ ਆ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ raceacademyofficial.com। ਉੱਥੇ ਪੇਡ ਕੋਰਸ ਦੇ ਵਿੱਚ ਜਾਓਗੇ, ਜਦੋਂ ਵੈਬਸਾਈਟ ਖੋਲੋਗੇ ਤਾਂ ਉੱਥੇ ਪੇਡ ਕੋਰਸ ਦਾ ਆਪਸ਼ਨ ਆ ਜਾਊਗਾ, ਉਹ 'ਤੇ ਕਲਿੱਕ ਕਰੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਕਿੰਨੇ ਦਾ ਕੋਰਸ ਆ, ਕਿਹੜਾ ਅਪਕਮਿੰਗ ਕੋਰਸ ਆ, ਹੋਰ ਕੀ ਚੱਲ ਰਿਹਾ ਹੈਗਾ, ਠੀਕ ਹੈ। ਸੋ PCS Punjab 4927@gmail.com, ਤੁਸੀਂ ਇਹਨੂੰ ਵੀ ਜਾ ਕੇ ਇੱਥੇ ਮੇਲ ਕਰ ਸਕਦੇ ਹੋ ਮੈਨੂੰ, ਠੀਕ ਹੈ ਨਾ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਸੈਕੰਡ ਪਾਰਟ ਵੀ ਪੜ੍ਹਾਂਗੇ, ਬਹੁਤ ਡਿਟੇਲ ਦੇ ਵਿੱਚ। ਮੇਰੇ ਹਿਸਾਬ ਨਾਲ ਤੁਹਾਨੂੰ ਵਧੀਆ ਲੱਗਿਆ ਹੋਊਗਾ। ਵਧੀਆ ਲੱਗਾ ਤਾਂ ਲਾਈਕ ਦਾ ਬਟਨ ਜ਼ਰੂਰ ਦਬਣਾ। ਥੈਂਕ ਯੂ ਵੈਰੀ ਮੱਚ, ਬਾਬਾ ਮਿਹਰ ਕਰੇ।